ਵਿਆਹ ਨੂੰ ਲੈ ਕੇ ਡਰ ਜਿਹੜੇ ਨੇ ਹੋਣ ਲੱਗ ਗਏ ਨੇ। ਵਿਆਹ ਕਰਾਉਣ ਤੋਂ ਕੁੜੀਆਂ ਪਰਹੇਜ਼ ਕਰਦੀਆਂ ਨੇ ਕਿਉਂਕਿ ਸ਼ਾਇਦ ਉਹਨਾਂ ਨੂੰ ਉਹ ਟ੍ਰੀਟਮੈਂਟ ਨਹੀਂ ਮਿਲ ਪਾਉਂਦਾ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਤੁਸੀਂ ਭੈਣ ਕਿੱਦਾਂ ਦਾ ਤਜਰਬਾ ਰੱਖਦੇ ਹੋ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀਆਂ ਆਪਾਂ ਸੁੱਖ ਸੁਵਿਧਾਵਾਂ ਆਪਦੀਆਂ ਭੈਣਾਂ ਨੂੰ ਦਿੰਨੇ ਆ ਤੇ ਉਹੀ ਜੇ ਘਰ ਦੇ ਵਿੱਚ ਆਈ ਨੂੰਹ ਨੂੰ ਮਿਲ ਜਾਣ ਤਾਂ ਜਾਂ ਨੂੰਹ ਹੈ ਜਿਹੜੀ ਉਹ ਜਿਹੜੀਆਂ ਪੇਕਿਆਂ ਦੇ ਵਿੱਚ ਆਨੰਦ ਮਾਣ ਕੇ ਆਈ ਹੈ, ਜਿਵੇਂ ਆਪਦੇ ਪੇਕਿਆਂ ਦਾ ਸਤਿਕਾਰ ਕਰਦੀ ਹੈ, ਤਾਂ ਉਹੀ ਸਾਰੀਆਂ ਐਕਟੀਵਿਟੀਜ਼ ਉਹ ਆਪਦੇ ਸਹੁਰਿਆਂ ਦੇ ਵਿੱਚ ਆ ਕੇ ਨਿਭਾਉਣ। ਤਾਂ ਮੈਂ ਕਹਿੰਦੀ ਵੀ ਇਹ ਚੀਜ਼ਾਂ ਬਹੁਤ ਹੱਦ ਤੱਕ ਘਟ ਜਾਣਗੀਆਂ। ਇਹ ਕੁਝ 1% ਦੀ ਕੁੜੀਆਂ ਦੀ ਗੱਲ ਹੈ। ਉਹ ਕੁੜੀਆਂ ਜਿਹੜਾ ਸਲੀਕਾ ਵੀ ਰੱਖਦੀਆਂ ਨੇ, ਇੰਨੇ ਟੱਬਰ ਨੂੰ ਸਾਂਭਣ ਦੀ ਸ਼ਕਤੀ ਵੀ ਰੱਖਦੀਆਂ ਨੇ, ਮਾਪਿਓ ਦਾ ਨਾਂ ਵੀ ਚਮਕਾਉਂਦੀਆਂ ਨੇ, ਪਰ ਅਗਲੇ ਹੀ ਸਲੀਕਾ ਨਹੀਂ ਰੱਖ ਪਾਉਂਦੇ ਜਦੋਂ ਉੱਥੋਂ ਕੁੜੀ ਟੁੱਟਦੀ ਹੈ। ਉਹਨਾਂ ਕੁੜੀਆਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਮੇਰੇ ਵਿਆਹ ਨੂੰ 12-13 ਸਾਲ ਹੋ ਗਏ। ਮਤਲਬ ਜੇ ਹੁਣ ਇੱਕ ਚੀਜ਼ ਲਾ ਲਈ ਨਾ, ਇੱਕ ਮਤਲਬ ਜੇ ਕਹਿ ਦਈਏ ਵੀ ਸਾਡੇ ਮਨ ਦੇ ਵਿੱਚ ਇਹ ਸੀਗਾ, ਜੇ ਕਿਸੇ ਕੁੜੀ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਮੈਂ ਜੌਬ ਕਰਨੀ ਆ, ਉਹ ਨਾ ਜਾਣ ਸਾਰ ਇਹੀ ਚੀਜ਼ ਉਹਦੇ ਮਨ 'ਚ ਹੁੰਦੀ ਹੈ, ਸਿਰ ਹੋਰ ਨਹੀਂ ਹੁੰਦਾ। ਉਹ ਪਰਿਵਾਰ ਨੂੰ ਤਰੀਕੇ ਨਾਲ ਚਲਾਉਣ ਦਾ ਨਹੀਂ ਸੋਚਦੀ। ਉਹਦੇ ਦਿਮਾਗ 'ਚ ਬਾਹਰੋਂ ਵੀ ਇਹ ਚੀਜ਼ਾਂ ਭਰੀਆਂ ਜਾਂਦੀਆਂ ਕਿ ਤੂੰ ਜੌਬ ਕਰ ਛੇਤੀ ਛੇਤੀ ਜਾ ਕੇ, ਵੀ ਤੂੰ ਘਰ ਦੇ ਕੰਮਾਂ 'ਚ ਨਾ ਵੜ। ਜਦੋਂ ਇਹ ਚੀਜ਼ਾਂ ਸਾਡੇ ਮਨ ਦੇ ਵਿੱਚ ਹੋ ਜਾਂਦੀਆਂ ਨਾ, ਅਸੀਂ ਪਰਿਵਾਰ ਨੂੰ ਨਾ ਮਤਲਬ ਨਾ ਤਾਂ ਪਰਿਵਾਰ ਹੀ ਸਾਨੂੰ ਸਮਝ ਸਕਦਾ ਤੇ ਨਾ ਹੀ ਅਸੀਂ ਪਰਿਵਾਰ ਨੂੰ ਸਮਝ ਸਕਦੇ ਹਾਂ। ਅਸੀਂ ਉਹ ਸਮਾਂ ਨਹੀਂ ਦਿੰਦੇ। ਹਰ ਜਗ੍ਹਾ ਔਰਤ ਨੇ ਗਲਤ ਨਹੀਂ ਹੁੰਦੀ। ਜੇ ਕਹਿੰਦੇ ਨੇ ਤੁਸੀਂ ਤਲਾਕ ਹੋ ਰਹੀ ਨੇ ਵੀ ਹਰ ਦੇ ਵਿੱਚ ਔਰਤ ਦੋਸ਼ੀ ਹੈ, ਇਹ ਮੈਂ ਕਦੇ ਨਹੀਂ ਮੰਨੂਗਾ, ਕਿਉਂਕਿ ਕਿਤੇ ਨਾ ਕਿਤੇ ਮਰਦ ਵੀ ਦੋਸ਼ੀ ਹੈ। ਕਿਉਂਕਿ ਮਰਦ ਔਰਤ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ। ਪੰਜੇ ਉਂਗਲਾਂ ਇਕਸਾਰ ਨਹੀਂ ਨਾ ਹੁੰਦੀਆਂ। ਤਾਂ ਮੈਨੂੰ ਲੱਗਦਾ, ਮੈਂ ਜਿਨ੍ਹਾਂ ਨੇਟ ਤੋਂ ਦੇਖਦਾ ਹੁੰਦਾ, ਵੀ ਕਈ ਲੋਕ ਇਹੋ ਜਿਹੇ ਹੁੰਦੇ ਨੇ ਕਿ ਇੱਕ ਔਰਤ ਚੰਗੀ ਜੌਬ ਤੇ ਆ, ਉਹ ਕਮਾ ਰਹੀ ਆ, ਹਨਾ, ਉਹ ਆਪਣੇ ਆਪ ਨੂੰ ਸਾਰਾ ਆਪਣੇ ਆਪ ਨੂੰ ਕੁਰਬਾਨ ਕਰਕੇ ਉਹਦਾ ਘਰ ਚਲਾ ਰਹੀ ਆ, ਪਰ ਉਸ ਮਰਦ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ। ਉਹ ਘਰੇ ਬੈਠਾ ਢੋਲੇ ਦੀਆਂ ਲਾ ਰਿਹਾ ਹੁੰਦਾ। ਤੇ ਇਦਾਂ ਦੇ ਵੀ ਬਹੁਤ ਸਾਰੇ ਕੇਸ ਨੇ ਨਾ, ਤੇ ਕਿਉਂਕਿ ਮੈਂ ਇਹਨਾਂ ਵਿੱਚ ਦੀ ਵਿਚਰਿਆ, ਤਾਂ ਮੈਨੂੰ ਲੱਗਦਾ ਵੀ ਹਰ ਜਗ੍ਹਾ ਔਰਤ ਨੂੰ ਸਾਨੂੰ ਗਲਤ ਨਹੀਂ ਕਹਿਣਾ ਚਾਹੀਦਾ। ਤੇ ਮੈਂ ਤਾਂ ਹਮੇਸ਼ਾ ਹੀ ਔਰਤ ਦਾ ਸਤਿਕਾਰ ਕਰਿਆ। ਮੈਂ ਇੱਕ ਮਰਦ ਹੋ ਕੇ ਔਰਤ ਦੇ ਹੱਕ ਦੀ ਗੱਲ ਕਰਦਾ ਹੁੰਦਾ, ਕਿਉਂਕਿ ਸਾਰੀਆਂ ਔਰਤਾਂ ਇਕਸਾਰ ਨਹੀਂ ਹੁੰਦੀਆਂ। ਤਾਂ ਬਹੁਤ ਚੰਗੀਆਂ ਔਰਤਾਂ ਵੀ ਬੈਠੀਆਂ ਨੇ ਜਿਹੜੀਆਂ ਦੇ ਅੰਦਰ ਚੰਗੇ ਸਲੀਕੇ ਨੇ, ਜਿਵੇਂ ਆਪਣੀਆਂ ਕੁੜੀਆਂ ਤੁਹਾਡੇ ਸਾਹਮਣੇ ਬੇਟੀਆਂ ਨੇ ਗੱਲ ਕਰੀ ਹੈ। ਹਮੇਸ਼ਾ ਇਹ ਕਿਹਾ ਜਾਂਦਾ ਨਾ ਵੀ ਜਿਹੜੀ ਔਰਤ ਦੀ ਮੱਤ ਹੈ ਨਾ ਗਿੱਚੀ ਪਿੱਛੇ ਹੁੰਦੀ ਹੈ, ਉਹ ਬਹੁਤ ਛੋਟੇ ਸਮੇਂ ਲਈ ਸੋਚਦੀ ਹੈ। ਜਿਹੜਾ ਮਰਦ ਹੈ ਨਾ, ਇਹ ਸੱਚੀ ਗੱਲ ਹੈ, ਇੱਥੇ ਮਤਲਬ ਸਲਾਣਾ ਵੀ ਬਣਦੀ ਹੈ। ਮਰਦ ਹੈ ਉਹ ਬਹੁਤ ਦੂਰ ਤੱਕ ਸੋਚਦਾ ਹੈ ਨਾ। ਔਰਤ ਛੋਟੀ ਜੀ ਗੱਲ ਤੇ ਲੜ ਪੈਂਦੀ ਹੈ, ਮਰਦ ਬਹੁਤ ਲੰਬੇ ਮਤਲਬ ਬਹੁਤ ਦੂਰ ਤੱਕ ਸੋਚਦਾ ਹੈ। ਜਿਹੜੇ ਬੰਦੇ ਚੁੱਪ ਨੇ ਉਹ ਮੁਰਦੇ ਨੇ। ਉਹ ਆਪਣੇ ਪੜ੍ਹੇ ਲਿਖੇ ਹੋਣ ਦਾ ਕੋਈ ਫਾਇਦਾ ਨਹੀਂ ਹੈਗਾ। ਆਪਣੀ ਪੜ੍ਹਾਈ ਲਿਖਾਈ ਆਪਾਂ ਨੂੰ ਇਹ ਸਲੀਕਾ ਸਿਖਾਉਂਦੀ ਹੈ ਵੀ ਆਪਾਂ ਆਪਦੀ ਗੱਲ ਕਿਹੜੇ ਤਰੀਕੇ ਦੇ ਨਾਲ ਰੱਖਣੀ ਹੈ। ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਇਹ ਸਲੀਕਾ ਸਿੱਖ ਜਾਂਦੇ ਆ ਤਾਂ ਆਪਾਂ ਜ਼ਿੰਦਗੀ ਦੇ ਵਿੱਚ, ਮੈਨੂੰ ਨਹੀਂ ਲੱਗਦਾ ਵੀ ਕਦੇ ਮਾਰ ਖਾਵਾਂਗੇ। 90% ਜਿਹੜੇ ਹਾਰਟ ਅਟੈਕ ਬੰਦਿਆਂ ਨੂੰ ਕਿਉਂ ਹੁੰਦੇ ਨੇ? ਕਿਉਂਕਿ ਬੰਦੇ ਕਦੇ ਵੀ ਆਪਣੀ ਦਿਲ ਦੀ ਗੱਲ ਸਾਂਝੀ ਨਹੀਂ ਕਰਦੇ, ਦਿਮਾਗ ਤੇ ਟੈਨਸ਼ਨ ਰੱਖਦੇ ਨੇ, ਅੰਦਰੋਂ ਅੰਦਰ ਹੀ ਸੋਚਦੇ ਨੇ। ਕੁੜੀਆਂ ਤਾਂ ਹਰ ਕਿਤੇ ਢਿੱਡ ਖਾਲੀ ਕਰ ਲੈਂਦੀਆਂ, ਚੁਗਲੀਆਂ ਵੀ ਕਰ ਲੈਂਦੀਆਂ, ਸਾਡੇ ਵਰਗੀਆਂ ਹਨਾ। ਕਦੇ ਦੀਦੀ ਨੂੰ ਦੱਸਦਾ, ਕਦੇ ਕਿਸੇ ਨੂੰ ਦੱਸਦਾ, ਪਰ ਬੰਦਾ ਉੱਥੇ ਵਿੱਚ ਵਿਚਾਲੇ ਉਦੋਂ ਫਸ ਜਾਂਦਾ ਜਦੋਂ ਉਹਨੂੰ ਆਪਣੀ ਵਾਈਫ ਦੀ ਵੀ ਗੱਲ ਸੁਣਨੀ ਪੈਂਦੀ ਹੈ, ਆਪਦੀ ਮਾਂ ਦੀ ਵੀ ਗੱਲ ਸੁਣਨੀ ਪੈਂਦੀ ਹੈ। ਫਿਰ ਕੁੜੀਆਂ ਕਹਿੰਦੀਆਂ ਮੇਰਾ ਘਰ ਵਾਲਾ ਮੇਰੇ ਬਰਾਬਰ ਨਹੀਂ ਹੈ, ਪਰ ਜਿਹੜੀ ਮਾਂ ਨੇ ਜੰਮਿਆ ਉਹਦੇ ਬਾਰੇ ਆਪਾਂ ਕਿਉਂ ਨਹੀਂ ਸੋਚਦੇ? ਵਗਦੀ ਰਾਵੀ ਦੇ ਵਿੱਚ ਸਿੱਟੇ ਆਈ ਵਾਲੀਆਂ, ਵਗਦੀ ਰਾਵੀ ਦੇ ਵਿੱਚ ਸਿੱਟੇ ਆਈ ਵਾਲੀਆਂ, ਜਾਂਦੇ ਰਹਿਣ ਮਾਪੇ ਜਿੰਨਾ ਪੁੱਤਾਂ ਵਾਂਗੂ ਪਾਲੀਆਂ, ਜਾਂਦੇ ਰਹਿਣ ਜਾਂਦੇ ਰਹਿਣ ਮਾਪੇ ਜਿੰਨਾ। ਵਗਦੀ ਨਦੀ ਦੇ ਵਿੱਚ ਦੋ ਫੁੱਲ ਸੂਹੇ, ਵਗਦੀ ਨਦੀ ਦੇ ਵਿੱਚ ਦੋ ਫੁੱਲ ਸੂਹੇ, ਮੌਜ ਬੜੀ ਨੀ ਇਹਨਾਂ ਮਾਪਿਆਂ ਦੇ ਬੂਹੇ, ਮੌਜ ਬੜੀ ਨੀ ਇਹਨਾਂ ਮਾਪਿਆਂ ਦੇ ਬੂਹੇ, ਮੌਜ ਬੜੀ ਨੀ ਇਹਨਾਂ ਮਾਪਿਆਂ ਦੇ ਬੂਹੇ। ਕਹਿੰਦੇ ਧੀਆਂ ਘਰ
ਘਰ ਦੀਆਂ ਵਿਹੜੇ ਦੀਆਂ ਰੌਣਕਾਂ ਹੁੰਦੀਆਂ ਨੇ ਤੇ ਇਸ ਵਿਹੜੇ ਤੇ ਕਿੰਨੀਆਂ ਰੌਣਕਾਂ ਲੱਗਦੀਆਂ ਨੇ ਹਰ ਸਾਲ ਅਸੀਂ ਦੇਖਦੇ ਹੀ ਹਾਂ ਔਰ ਇਹ ਸਾਰਾ ਜਿਹੜਾ ਕ੍ਰੈਡਿਟ ਹੈ ਉਹ ਧੀਆਂ ਨੂੰ ਜਾਂਦਾ ਹੈ ਤੇ ਉਹਨਾਂ ਦੇ ਇਸ ਬਾਈ ਨੂੰ ਜਾਂਦਾ ਹੈ। ਸੋ ਉਹੀ ਵਿਹੜੇ ਤੇ ਅੱਜ ਦੁਬਾਰਾ ਰੌਣਕਾਂ ਲੱਗੀਆਂ ਨੇ। ਹਾਂ, ਤਿਉਹਾਰ ਵੱਖਰਾ ਹੈ, ਤਿਉਹਾਰ ਹੈ ਜੀ ਲੋਹੜੀ ਦਾ। ਸੋ ਤੁਹਾਡੇ ਸਾਰਿਆਂ ਦੇ ਨਾਲ ਇਹ ਧੀਆਂ ਇਹ ਭੈਣਾਂ ਸਮਾਓ ਪਿੰਡ ਦੀਆਂ, ਇਹਨਾਂ ਦਾ ਮਾਣ ਹੈ ਜਿਹੜਾ, ਇਹਨਾਂ ਦੀ ਸ਼ਾਨ ਹੈ ਇਸ ਪਿੰਡ ਦੀਆਂ, ਤੁਹਾਡੇ ਨਾਲ ਲੋਹੜੀ ਮਨਾਏਗਾ। ਸੋ ਬੋਲੀਆਂ ਦੇ ਨਾਲ ਗੱਲਾਂ ਬਾਤਾਂ ਦੇ ਨਾਲ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲੇ ਭੈਣੇ ਬੋਲੀ ਨਾਲ ਮਿਊਜ਼ੀਕਲ ਸਟਾਰਟਿੰਗ ਕਰਦੇ ਹਾਂ। ਤੁਸੀਂ ਸਾਡੇ ਘਰੇ ਆਏ ਹੋ, ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ, ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ, ਸਾਡੇ ਘਰ ਤਸ਼ਰੀਫ ਲੈ ਆਇਆ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆ ਨੂੰ। ਜੇ ਮਾਪੇ ਹੋਵੇ ਤੁਸੀਂ ਧੀਆਂ ਵੇ ਜੰਮਣੀਆਂ, ਜੇ ਮਾਪੇ ਹੋਵੇ ਤੁਸੀਂ ਧੀਆਂ ਵੇ ਜੰਮਣੀਆਂ, ਸਾਨੂੰ ਅਗਲੇ ਘਰੇ ਨਾ ਤੱਕਿਆ ਕਰੋ ਵੇ, ਸਾਨੂੰ ਪੁੱਤਾਂ ਦੇ ਬਰਾਬਰ ਰੱਖਿਆ ਕਰੋ ਸਾਨੂੰ ਪੁੱਤਾਂ ਦੇ ਬਰਾਬਰ, ਰੱਖਿਆ ਕਰੋ ਸਾਨੂੰ ਪੁੱਤਾਂ ਦੇ ਬਰਾਬਰ, ਰੱਖਿਆ ਕਰੋ ਵੇ ਸਾਨੂੰ ਪੁੱਤਾਂ ਦੇ ਬਰਾਬਰ। ਧੀਆਂ ਨੂੰ ਕੁੱਖ ਦੇ ਵਿੱਚ ਨਾ ਮਾਰਿਓ, ਧੀਆਂ ਨੂੰ ਕੁੱਖ ਦੇ ਵਿੱਚ ਨਾ ਮਾਰਿਓ, ਸਾਡੀ ਤਾਂ ਇਹੋ ਪੁਕਾਰ ਮੁੰਡਿਓ, ਕਿੱਥੋਂ ਪਾਲੋਗੇ ਸ਼ਮਲ ਜਹੀਦਾਰ ਮੁੰਡਿਓ, ਕਿੱਥੋਂ ਪਾਲੋਗੇ ਸ਼ਮਲ ਜਹੀਦਾਰ ਮੁੰਡਿਓ, ਕਿੱਥੋਂ ਪਾਲੋਗੇ ਸ਼ਮਲ ਜਹੀਦਾਰ ਮੁੰਡਿਓ। ਕੀ ਬਾਤ ਹੈ। ਹੁਣ ਮੈਂ ਉਹਨਾਂ ਨਾਲ ਪਹਿਲੇ ਗੱਲ ਕਰਨਾ ਚਾਹਾਂਗੀ ਜਿਹੜੀਆਂ ਵਿਆਹੀਆਂ ਹੋਈਆਂ ਤੇ ਸਹੁਰਿਆਂ ਤੋਂ ਸਪੈਸ਼ਲੀ ਆਈਆਂ ਨੇ। ਠੀਕ ਹੈ ਜੀ। ਸੋ ਭੈਣ ਹਾਂਜੀ ਹਾਂਜੀ। ਕਿੰਨੇ ਸਾਲ ਹੋ ਗਏ ਭੈਣ ਵਿਆਹ ਨੂੰ? ਵਿਆਹ ਨੂੰ 14 ਸਾਲ ਹੋ ਗਏ ਜੀ। ਜੀ। ਸੋ ਬਹੁਤ ਸੋਹਣਾ ਸੁਨੇਹਾ ਤੁਸੀਂ ਆਪਣੇ ਬੋਲੀਆਂ ਰਾਹੀਂ ਦਿੱਤਾ ਹੈ ਨਾ। ਤੇ ਮੈਂ ਚਾਹੁੰਦੀ ਆ ਵੀ ਰਿਸ਼ਤੇ ਜਦੋਂ ਇਕੱਠੇ ਹੁੰਦੇ ਨੇ ਤੇ ਖੁਸ਼ੀਆਂ ਵੀ ਉਦੋਂ ਹੀ ਆਪਾਂ ਹੈ ਨਾ ਮਨਾਉਂਦੇ ਆ ਦਿਲੋਂ। ਸੋ ਇੱਕ ਵਿਆਹੀ ਕੁੜੀ ਕੀ ਕਹਿਣਾ ਚਾਹੁੰਦੀ ਹੈ ਉਹਨਾਂ ਨੂੰ, ਕਿਉਂਕਿ ਸਾਡੇ ਸਮਾਜ ਦੇ ਵਿੱਚ ਇੰਨੀ ਨਕਾਰਾਤਮਕਤਾ ਆ ਚੁੱਕੀ ਹੈ ਰਿਸ਼ਤਿਆਂ ਨੂੰ ਲੈ ਕੇ, ਵਿਆਹ ਨੂੰ ਲੈ ਕੇ ਡਰ ਜਿਹੜੇ ਨੇ ਹੋਣ ਲੱਗ ਗਏ ਨੇ। ਵਿਆਹ ਕਰਾਉਣ ਤੋਂ ਕੁੜੀਆਂ ਪਰਹੇਜ਼ ਕਰਦੀਆਂ ਨੇ ਕਿਉਂਕਿ ਸ਼ਾਇਦ ਉਹਨਾਂ ਨੂੰ ਉਹ ਟ੍ਰੀਟਮੈਂਟ ਨਹੀਂ ਮਿਲ ਪਾਉਂਦਾ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਤੁਸੀਂ ਭੈਣ ਕਿੱਦਾਂ ਦਾ ਤਜਰਬਾ ਰੱਖਦੇ ਹੋ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਇਹੀ ਕਹਿਣਾ ਚਾਹਾਂਗੀ ਕਿਉਂਕਿ ਅੱਜ ਕੱਲ੍ਹ ਨਾ ਮੈਂ ਦੇਖ ਰਹੀ ਹਾਂ ਵੀ ਕੁੜੀਆਂ ਤੇ ਮਤਲਬ ਤਲਾਕ ਬਹੁਤ ਜ਼ਿਆਦਾ ਹੋ ਰਹੇ ਨੇ। ਤੁਸੀਂ ਇਹੀ ਗੱਲ ਕਰ ਰਹੇ ਹੋ ਨਾ, ਹਨਾ? ਇਹ ਕਾਰਨ ਕੀ ਹੈ? ਕਿਤੇ ਨਾ ਕਿਤੇ ਆਪਣੀ ਸੋਚ ਦੇ ਵਿੱਚ ਫਰਕ ਆ ਜਾਂਦਾ ਵੀ ਜਾਂ ਪਤਾ ਨਹੀਂ ਤਾਂ ਆਪਾਂ ਨਹੀਂ, ਕੁੜੀਆਂ ਨਹੀਂ ਸਮਝ ਪਾਉਂਦੀਆਂ ਜਾਂ ਮੁੰਡੇ ਉਹਨਾਂ ਤੋਂ ਜ਼ਿਆਦਾ ਐਕਸਪੈਕਟ ਕਰ ਲੈਂਦੇ ਨੇ, ਹਨਾ? ਤੇ ਮੇਰੀ ਇਹੀ ਗੁਜ਼ਾਰਿਸ਼ ਹੈ ਵੀ ਜਿੰਨਾ ਕੁ ਜਿਵੇਂ ਆਪਾਂ ਸਾਰਿਆਂ ਦੇ ਘਰਾਂ ਦੇ ਵਿੱਚ ਭੈਣਾਂ ਹੁੰਦੀਆਂ ਨੇ, ਹਨਾ, ਜਿਹੜੀਆਂ ਆਪਾਂ ਸੁੱਖ ਸੁਵਿਧਾਵਾਂ ਆਪਦੀਆਂ ਭੈਣਾਂ ਨੂੰ ਦਿੰਨੇ ਆ, ਤੇ ਉਹੀ ਜੇ ਘਰ ਦੇ ਵਿੱਚ ਆਈ ਨੂੰਹ ਨੂੰ ਮਿਲ ਜਾਣ ਤਾਂ ਜਾਂ ਨੂੰਹ ਹੈ ਜਿਹੜੀ ਉਹ ਜਿਹੜੀਆਂ ਪੇਕਿਆਂ ਦੇ ਵਿੱਚ ਆਨੰਦ ਮਾਣ ਕੇ ਆਈ ਹੈ, ਜਿਵੇਂ ਆਪਦੇ ਪੇਕਿਆਂ ਦਾ ਸਤਿਕਾਰ ਕਰਦੀ ਹੈ, ਤਾਂ ਉਹੀ ਸਾਰੀਆਂ ਐਕਟੀਵਿਟੀਜ਼ ਉਹ ਆਪਦੇ ਸਹੁਰਿਆਂ ਦੇ ਵਿੱਚ ਆ ਕੇ ਨਿਭਾਉਣ। ਤਾਂ ਮੈਂ ਕਹਿੰਦੀ ਵੀ ਇਹ ਚੀਜ਼ਾਂ ਬਹੁਤ ਹੱਦ ਤੱਕ ਘਟ ਜਾਣਗੀਆਂ ਕਿਉਂਕਿ ਜਿਹੜੀਆਂ ਕੁੜੀਆਂ ਹੁੰਦੀਆਂ ਨੇ, ਹੁਣ ਸਾਰਾ ਇੱਕ ਕੁੜੀ ਪਰਿਵਾਰ ਦੇ ਵਿੱਚ ਆਈ ਹੈ, ਹਨਾ? ਤੇ ਮੈਨੂੰ ਲੱਗਦਾ ਵੀ ਉਹ ਕੁੜੀ ਨੂੰ ਹੀ ਆਪਦਾ ਮਾਈਂਡ ਸੈਟਅਪ ਕਰ ਲੈਣਾ ਚਾਹੀਦਾ ਕਿਉਂਕਿ ਸਾਰੇ ਪਰਿਵਾਰ ਨੇ ਤਾਂ ਬਦਲਣਾ ਨਹੀਂ ਉਹਦੇ ਅਕੋਰਡਿੰਗ, ਹਨਾ? ਤੇ ਆਪਾਂ ਇੱਥੇ ਮੈਂ ਗੱਲ ਕਹਿਣਾ ਚਾਹੂੰਗੀ ਵੀ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਥੋੜੀ ਜਿਹੀ ਨਿਮਰਤਾ ਤੇ ਸਲੀਕਾ, ਜਿਵੇਂ ਹੁਣ ਅਮਨ ਨੇ ਕਿਹਾ ਸੀਗਾ ਵੀ ਬਹੁਤ ਸੋਹਣੀ ਗੱਲ ਕਹੀ ਸੀ ਵੀ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਸਲੀਕਾ ਬਣਾਈਏ, ਵੀ ਉਸ ਸਲੀਕੇ ਦੇ ਵਿੱਚ ਵੀ ਆਪਾਂ ਨੂੰ ਕੋਈ ਕਹਿਣ ਵੀ ਆਪਣੇ ਮਾਂ ਪਿਓ ਦੇ ਨਾਮ ਨਾਲ ਜਾਣਨ ਆਪਾਂ ਨੂੰ ਵੀ ਫਲਾਨਿਆਂ ਦੀ ਕੁੜੀ ਸੀਗੀ ਤੇ ਵੀ ਉਹਨੇ ਦੇਖੋ ਕਿੰਨਾ ਵਧੀਆ ਉਹਦੇ ਪਰਿਵਾਰ ਨੂੰ ਸੰਜੋਇਆ ਹੋਇਆ। ਤੇ ਜਦੋਂ ਆਪਾਂ ਕੋਈ ਗਲਤ ਆਪਣੇ ਤੋਂ ਹੋ ਜਾਂਦੀ ਹੈ, ਨਾ ਚਾਹੁੰਦੇ ਹੋਏ ਵੀ ਗਲਤੀ ਹੋ ਜਾਂਦੀ ਹੈ, ਤਾਂ ਉਦੋਂ ਵੀ ਆਪਣੇ ਪਰਿਵਾਰ ਦਾ ਨਾਮ ਆਉਂਦਾ ਤੇ ਜਦੋਂ ਆਪਾਂ ਮਤਲਬ ਕਿ ਗਲਤੀਆਂ ਕਰਦੇ ਹਾਂ ਤਾਂ ਉਦੋਂ ਵੀ ਆਪਣੇ ਪਰਿਵਾਰਾਂ ਦਾ ਨਾਮ ਆਉਂਦਾ। ਤੇ ਇਹਨਾਂ ਚੀਜ਼ਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਵੀ ਆਪਦੇ ਆਪ ਨੂੰ ਇੰਨਾ ਵਧੀਆ ਬਣਾਓ ਵੀ ਆਪਣੇ ਦਾਦੇ ਪੜਦਾਦਿਆਂ ਤੱਕ ਆਪਣੀਆਂ ਗੱਲਾਂ ਹੋਣ ਵੀ ਠੀਕ ਹੈ ਜੀ ਫਲਾਨੇ ਸਿੰਘ ਦੀ ਪੋਤੀ ਸੀਗੀ ਤੇ ਉਹਨੇ ਆਪਣੇ ਪਰਿਵਾਰ ਨੂੰ ਕਿੰਨਾ ਸੋਹਣਾ ਸੰਜੋ ਕੇ ਰੱਖਿਆ। ਜੀ ਪਰ ਬਹੁਤ ਸੋਹਣੀ ਗੱਲ ਕੀਤੀ ਹੈ, ਪਰ ਇਹ ਕੁਝ 1% ਦੀ ਕੁੜੀਆਂ ਦੀ ਗੱਲ ਹੈ। ਉਹ ਕੁੜੀਆਂ ਜਿਹੜਾ ਸਲੀਕਾ ਵੀ ਰੱਖਦੀਆਂ ਨੇ, ਇੰਨੇ ਟੱਬਰ ਨੂੰ ਸਾਂਭਣ ਦੀ ਸ਼ਕਤੀ ਵੀ ਰੱਖਦੀਆਂ ਨੇ, ਮਾਪਿਓ ਦਾ ਨਾਂ ਵੀ ਚਮਕਾਉਂਦੀਆਂ ਨੇ, ਪਰ ਅਗਲੇ ਹੀ ਸਲੀਕਾ ਨਹੀਂ ਰੱਖ ਪਾਉਂਦੇ ਜਦੋਂ ਉੱਥੋਂ ਕੁੜੀ ਟੁੱਟਦੀ ਹੈ। ਉਹਨਾਂ ਕੁੜੀਆਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਸਲੀਕੇ ਦੀ ਗੱਲ ਪਤਾ ਕੀ ਹੁੰਦੀ ਹੈ, ਜਦੋਂ ਤੱਕ ਅਸੀਂ ਮਨ ਤੋਂ ਸ਼ਾਂਤ ਨਹੀਂ ਨਾ ਹੁੰਦੇ। ਮੇਰੇ ਵਿਆਹ ਨੂੰ 12-13 ਸਾਲ ਹੋ ਗਏ। ਮਤਲਬ ਜੇ ਹੁਣ ਇੱਕ ਚੀਜ਼ ਲਾ ਲਈ ਨਾ, ਇੱਕ ਮਤਲਬ ਜੇ ਕਹਿ ਦਈਏ ਵੀ ਸਾਡੇ ਮਨ ਦੇ ਵਿੱਚ ਇਹ ਸੀਗਾ, ਜੇ ਕਿਸੇ ਕੁੜੀ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਮੈਂ ਜੌਬ ਕਰਨੀ ਆ, ਉਹ ਨਾ ਜਾਣ ਸਾਰ ਇਹੀ ਚੀਜ਼ ਉਹਦੇ ਮਨ 'ਚ ਹੁੰਦੀ ਹੈ, ਸਿਰ ਹੋਰ ਨਹੀਂ ਹੁੰਦਾ। ਉਹ ਪਰਿਵਾਰ ਨੂੰ ਤਰੀਕੇ ਨਾਲ ਚਲਾਉਣ ਦਾ ਨਹੀਂ ਸੋਚਦੀ, ਉਹਦੇ ਦਿਮਾਗ 'ਚ ਬਾਹਰੋਂ ਵੀ ਇਹੀ ਚੀਜ਼ਾਂ ਭਰੀਆਂ ਜਾਂਦੀਆਂ ਕਿ ਤੂੰ ਜੌਬ ਕਰ ਛੇਤੀ ਛੇਤੀ ਜਾ ਕੇ, ਵੀ ਤੂੰ ਘਰ ਦੇ ਕੰਮਾਂ 'ਚ ਨਾ ਵੜ। ਜਦੋਂ ਇਹ ਚੀਜ਼ਾਂ ਸਾਡੇ ਮਨ ਦੇ ਵਿੱਚ ਹੋ ਜਾਂਦੀਆਂ ਨਾ, ਅਸੀਂ ਪਰਿਵਾਰ ਨੂੰ ਨਾ ਮਤਲਬ ਨਾ ਤਾਂ ਪਰਿਵਾਰ ਹੀ ਸਾਨੂੰ ਸਮਝ ਸਕਦਾ ਤੇ ਨਾ ਹੀ ਅਸੀਂ ਪਰਿਵਾਰ ਨੂੰ ਸਮਝ ਸਕਦੇ ਹਾਂ। ਅਸੀਂ ਉਹ ਸਮਾਂ ਨਹੀਂ ਦਿੰਦੇ। ਮੈਂ ਮਤਲਬ 12 ਸਾਲ
ਮਤਲਬ ਮੈਂ ਬਿਲਕੁਲ ਇਹ ਨਹੀਂ ਚੀਜ਼ ਕਹੀ ਸੀਗੀ ਵੀ ਮੈਂ ਗਿੱਧਾ ਪਾਉਣਾ ਹੈ ਜਾਂ ਮੈਨੂੰ ਸ਼ੌਂਕ ਹੈ ਜਾਂ ਮੈਂ ਕੁਝ ਵੀ ਕਰਨਾ ਹੈ। ਬਿਲਕੁਲ ਸਮਰਪਿਤ ਹੋ ਗਈ ਸੀ ਮੈਂ ਸੱਚੀ ਦੱਸਦੀ ਹਾਂ। ਇਹ ਕਹਿੰਦੇ ਜਦੋਂ ਅਸੀਂ ਆਪਦੇ ਹੱਡਾਂ ਤੇ ਕੋਈ ਵੀ ਚੀਜ਼ ਹੰਡਾਉਣੇ ਆ ਨਾ ਤਾਂ ਸਾਨੂੰ ਫੇਰ ਪਤਾ ਲੱਗਦਾ ਸਾਡੀ ਸ਼ਖਸੀਅਤ ਜਦੋਂ ਉੱਭਰਦੀ ਹੈ ਨਾ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਖੁਦ ਨੂੰ ਇੰਨਾ ਕੁ ਪੱਕਾ ਕਰ ਲਈਏ ਹੈਨਾ। ਤੇ ਜਦੋਂ ਅਸੀਂ ਹੁਣ ਪੱਕਾ ਕਰ ਲਿਆ ਨਾ ਤਾਂ ਹੁਣ ਨਹੀਂ ਸਾਨੂੰ ਕੋਈ ਵੀ ਰੋਕ ਸਕਦਾ, ਕਿਉਂਕਿ ਇੱਕ ਪਰਿਵਾਰ ਜਦੋਂ ਇੱਕ ਨਵੇਂ ਪਰਿਵਾਰ ਦੇ ਵਿੱਚ ਜਾਣਾ ਹੁੰਦਾ ਨਾ ਤਾਂ ਬਹੁਤ ਕੁਝ ਦੇਖਣਾ ਪੈਂਦਾ ਹੁੰਦਾ ਹੈਨਾ। ਤੇ ਬੱਚਿਆਂ ਦਾ ਹੋਣਾ, ਉਹਨਾਂ ਨੂੰ ਸਾਂਭਣਾ, ਜੇ ਅਸੀਂ ਉਹਨਾਂ ਨੂੰ ਹੀ ਨਹੀਂ ਸਾਂਭਣਾ, ਅਸੀਂ ਪਰਿਵਾਰ ਨੂੰ ਨਹੀਂ ਸਾਂਭਣਾ, ਫਿਰ ਸਾਨੂੰ ਇਕੱਲੀ ਜੌਬ ਸਾਨੂੰ ਕੀ ਕਰ ਦੂਗੀ, ਇੱਕ ਪੈਸਾ ਸਾਨੂੰ ਕੀ ਪ੍ਰੋਵਾਈਡ ਕਰ ਸਕਦੀ ਸਾਡੇ ਪਰਿਵਾਰ ਦੇ ਵਿੱਚ ਪਿਆਰ ਹੀ ਨਾ ਹੋਊਗਾ। ਤੇ ਇਸ ਚੀਜ਼ ਨੂੰ ਜੇ ਕੁੜੀਆਂ ਦਿਮਾਗੀ ਤੌਰ ਤੇ ਇਹ ਪਤਾ ਕੀ ਹੈ, ਅੱਜ ਕੱਲ ਫਲਾਣੇ ਦੀ ਗੱਲ ਸੁਣੀ, ਫਲਾਣੇ ਨੇ ਐ ਕਰਤਾ, ਧਿਉਂਕੇ ਨੇ ਐ ਕਰਤਾ, ਉਹ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਜ਼ਿਆਦਾ ਅਸਰ ਕਰਦੀਆਂ ਨੇ। ਚੰਗੀ ਚੀਜ਼ ਹੈ ਜਿਹੜੀ ਉਹ ਨਹੀਂ ਅਸੀਂ ਦਿਮਾਗ ਦੇ ਵਿੱਚ ਪਾਉਂਦੇ। ਅਸੀਂ ਆਪ ਦੇਖੋ ਸਾਡੇ ਪਰਿਵਾਰ ਦਾ ਦਾਇਰਾ ਕੀ ਹੈ। ਸਾਡੇ ਪਰਿਵਾਰ ਦੇ ਵਿੱਚ ਪਿਆਰ ਜ਼ਿਆਦਾ ਜ਼ਰੂਰੀ ਹੈ ਕਿ ਪੈਸਾ ਜ਼ਿਆਦਾ ਜ਼ਰੂਰੀ ਹੈ? ਪੈਸਾ ਕਦੋਂ ਵੀ ਆ ਜਾਊਗਾ, ਪਰ ਜਿਹੜਾ ਪਿਆਰ ਬਣ ਕੇ ਪੈਸੇ ਨੇ ਆਉਣਾ ਉਹ ਇੱਕ ਵੱਖਰਾ ਜਿਹੜਾ ਨਜ਼ਾਰਾ ਹੁੰਦਾ। ਪਰ ਜਿਹੜਾ ਜਦੋਂ ਹੁਣ ਸਾਡੀਆਂ ਲੜਾਈਆਂ ਹੁੰਦੀਆਂ ਨੇ, ਅਸੀਂ ਲੜਦੇ ਹਾਂ, ਫਿਰ ਤਲਾਕਾਂ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ, ਫਿਰ ਇਹ ਚੀਜ਼ ਨਾਲੋਂ ਚੰਗੀ ਗੱਲ ਹੈ ਕਿ ਪੈਸਾ ਤਾਂ ਆ ਹੀ ਜਾਊਗਾ। ਇੱਕ ਵਾਰੀ ਪਿਆਰ ਬਣਾਓ ਆਪਦੀ, ਪਤਾ ਕਿ ਵਿਸ਼ਵਾਸ ਬਣਾਉਣਾ ਬਹੁਤ ਜ਼ਰੂਰੀ ਹੁੰਦਾ। ਇੱਕ ਪਿੰਡ ਦੇ ਵਿੱਚੋਂ ਬਹੁਤ ਬੈਕਵਰਡ ਪਿੰਡ ਹੈ ਸਾਡਾ, ਮੱਲ ਸਿੰਘ ਵਾਲਾ, ਤੇ ਉੱਥੇ ਮਤਲਬ ਇੱਕ ਕਹਿੰਦੇ ਹੁੰਦੇ ਧੀ ਨੂੰ ਤਾਂ ਹਜੇ ਫਿਰ ਵੀ ਅਸੀਂ ਸੌਖੇ ਤਰੀਕੇ ਨਾਲ ਅਸੀਂ ਬਾਹਰ ਆ ਜਾਂਦੇ ਹਾਂ, ਨੂੰਹ ਨੂੰ ਕੋਈ ਨਹੀਂ ਬਾਹਰ ਜਾਣ ਦਿੰਦਾ ਹੁੰਦਾ। ਪਰ ਮੇਰਾ ਸਹੁਰਾ ਪਰਿਵਾਰ, ਮੈਂ ਬਹੁਤ ਮਤਲਬ ਸ਼ੁਕਰਗੁਜ਼ਾਰ ਹਾਂ ਉਸ ਵਾਹਿਗੁਰੂ ਦੀ, ਪਰਮਾਤਮਾ ਦੀ, ਪਤਾ ਨਹੀਂ ਸ਼ਾਇਦ ਪਿਛਲੇ ਪੁੰਨ ਕੀਤੇ ਹੋਣੇ ਆ ਕਿ ਜਿਹੜਾ ਇੰਨਾ ਵਧੀਆ ਪਰਿਵਾਰ ਮਿਲਿਆ। ਦੇਖੋ ਹੁਣ ਕਿੰਨਾ ਟਾਈਮ ਹੋ ਗਿਆ ਇੱਥੇ ਖੜੇ ਆ, ਜੇ ਇੱਕ ਵਿਸ਼ਵਾਸ ਹੈ ਜਿਨ੍ਹਾਂ ਨੇ ਭੇਜਿਆ ਉਹਨਾਂ ਦੇ ਵਿੱਚ, ਜਿੱਥੇ ਆਏ ਆ ਉਸ ਇਨਸਾਨ ਦੇ ਉੱਤੇ ਵਿਸ਼ਵਾਸ ਹੈ। ਸਾਡੇ ਗੁਰੂ ਸਰਦਾਰ ਪਾਲ ਸਿੰਘ ਸਮਾਉ ਜੀ ਦਾ ਐਡਾ ਵੱਡਾ ਵਿਸ਼ਵਾਸ ਹੈ, ਤਾਂ ਖੜੇ ਆ ਨਾ ਇੱਥੇ। ਤੇ ਇਹ ਵਿਸ਼ਵਾਸ ਹੈ ਜਿਹੜਾ ਮੈਂ 10 ਸਾਲਾਂ ਦੇ ਵਿੱਚ ਬਟੋਰਿਆ। ਤੇ ਬੋਲੀਆਂ ਘਰੇ ਸੁਣਾਉਂਦੇ ਹੋ ਮੈਨ ਫਿਰ ਖੋਲ ਕੇ? ਬੋਲੀਆਂ ਚੱਲੀ ਜਾਂਦੀ ਰਹਿੰਦੀਆਂ ਨੇ, ਫਿਰ ਮੈਂ ਗੀਤ ਵੀ ਗਾ ਲੈਂਦੀ ਆ, ਤੇ ਫਿਰ ਬੱਚੇ ਵੀ ਗਾਉਂਦੇ। ਫਿਰ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਬੱਸ ਕਰਿਆ ਕਰੋ, ਸਾਰਾ ਦਿਨ ਆਹੀ ਕੁਛ ਹੀ ਚੱਲਦਾ। ਪਰ ਇਹ ਹੈ ਜੀ, ਮੈਂ ਸੱਚੀ ਗੱਲ ਦੱਸਾਂ, ਇੱਕ ਸਿਸਟਮ ਹੈ ਜੀ, ਮਤਲਬ ਅਸੀਂ ਬਾਣੀ ਵੀ ਪੜ੍ਹਨੀ ਹੈ। ਠੀਕ ਹੈ, ਜੇ ਹੁਣ ਕੋਈ ਇਹ ਕਹਿ ਦਿੰਦਾ ਵੀ ਸਾਰਾ ਦਿਨ ਬਸ ਗਿੱਧੇ ਵਾਲਾ ਕੰਮ ਹੀ ਤੁਹਾਡਾ, ਨਹੀਂ, ਇੱਕ ਡਿਵਾਈਡ ਹੁੰਦਾ ਸਮਾਂ, ਇਹ ਸਮਾਂ ਹੁੰਦਾ ਇਹ ਹਨਾ। ਹਰ ਇੱਕ ਚੀਜ਼ ਨੂੰ ਤਰਜੀਹ ਦੇਣੀ ਜ਼ਰੂਰੀ ਹੁੰਦੀ ਹੈ। ਤੇ ਮਤਲਬ ਜੇ ਹੁਣ ਬਾਣੀ ਨਾਲ ਜੁੜੇ ਆ ਤਾਂ ਬੰਦੇ ਨੂੰ ਨਾ ਅੰਦਰੋਂ ਸ਼ਾਂਤ ਹੋ ਜਾਂਦਾ ਬੰਦਾ ਹਨਾ। ਤੇ ਜਦੋਂ ਤੁਸੀਂ ਸ਼ਾਂਤ ਹੋ ਤਾਂ ਤੁਸੀਂ ਕਿਸੇ ਵੀ ਦੁੱਖ ਦਰਦ ਤਕਲੀਫ ਦੇ ਵਿੱਚੋਂ ਲੰਘ ਸਕਦੇ ਹੋ। ਬਾਕੀ ਜਿਹੜੀਆਂ ਰੱਬੀ ਰੂਹਾਂ ਤੁਹਾਡੇ ਨਾਲ ਜੁੜੀਆਂ ਹੁੰਦੀਆਂ ਨੇ, ਜਦੋਂ ਉਹ ਤੁਹਾਡੇ ਨਾਲ ਖੜੀਆਂ ਹੁੰਦੀਆਂ ਨੇ, ਫਿਰ ਤੁਹਾਨੂੰ ਦੁੱਖ ਤਕਲੀਫ ਮਤਲਬ ਲੱਗਦਾ ਹੀ ਨਹੀਂ ਹੈਗਾ ਵੀ ਤੁਹਾਨੂੰ ਦੁੱਖ ਤਕਲੀਫ ਹੈ ਨਾ। ਹੱਸ ਕੇ ਲੰਘੂ ਦੇਈਦੇ ਆ ਹਨਾ। ਬਾਕੀ ਸਰ ਤੋਂ ਨਾ ਮਤਲਬ ਇੰਨੀ ਕੁ ਜ਼ਿਆਦਾ ਪੋਜ਼ਿਟਿਵ એનર્ਜੀ ਮਿਲਦੀ ਹੈ ਕਿ ਫਿਰ ਦੁੱਖ ਨਹੀਂ ਲੱਗਦਾ ਹੈਗਾ ਵੀ ਦੁੱਖ ਹੈ। ਬਾਕੀ ਸਭ ਤੋਂ ਵੱਡੀ ਗੱਲ ਹੈ, ਮੇਰੇ ਹਸਬੈਂਡ ਨੇ, ਮੇਰੇ ਜੀਵਨ ਸਾਥੀ, ਮਤਲਬ ਨਾ ਉਹ ਇੰਨੀ ਕੁ ਲੰਬੀ ਸੋਚਦੇ ਨੇ, ਉਹ ਬਹੁਤ ਜ਼ਿਆਦਾ। ਤੇ ਮੈਂ ਕਹਿੰਦੀ ਹੁੰਦੀ ਵੀ ਜਿਵੇਂ ਮੇਰੀ ਉਮਰ ਉਹਨਾਂ ਤੋਂ ਜਿਵੇਂ ਛੋਟੀ ਹੈ ਨਾ, ਤਾਂ ਉਹ ਬਹੁਤ ਕੁਝ ਸਮਝਾਉਂਦੇ ਨੇ, ਬੱਚਿਆਂ ਦੀ ਤਰ੍ਹਾਂ ਵੀ ਡਾਂਟਦੇ ਵੀ ਨੇ ਤੇ ਸਮਝਾਉਂਦੇ ਵੀ ਨੇ। ਜੇ ਇਹ ਚੀਜ਼ਾਂ ਜਦੋਂ ਇਸ ਡਾਂਟ ਨੂੰ ਅਸੀਂ ਇਹ ਸਮਝ ਲੈਂਦੇ ਆ ਵੀ ਨਹੀਂ ਮਤਲਬ ਇਹ ਤਾਂ ਮੇਰੇ ਨਾਲ ਲੜਾਈ ਹੋਈ ਕਰੀ ਜਾਂਦਾ ਹੈ ਨਾ, ਤਾਂ ਉਹ ਸਾਡੇ ਵਿੱਚ ਦਰਾਰ ਪੈਦਾ ਹੋ ਸਕਦੀ ਹੈ। ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਦੇ ਨਾਲ ਜੋੜ ਲੈਂਦੇ ਆ ਵੀ ਹਾਂ ਠੀਕ ਹੈ, ਇਹ ਸਾਨੂੰ ਸਮਝਾ ਰਿਹਾ ਹੈ ਨਾ, ਕਿਉਂਕਿ ਉਹ ਹਮੇਸ਼ਾ ਇਹ ਕਿਹਾ ਜਾਂਦਾ ਨਾ ਵੀ ਜਿਹੜੀ ਔਰਤ ਦੀ ਮੱਤ ਹੈ ਨਾ ਗਿੱਚੀ ਪਿੱਛੇ ਹੁੰਦੀ ਹੈ, ਉਹ ਬਹੁਤ ਛੋਟੇ ਸਮੇਂ ਲਈ ਸੋਚਦੀ ਹੈ। ਜਿਹੜਾ ਮਰਦ ਹੈ ਨਾ, ਇਹ ਸੱਚੀ ਗੱਲ ਹੈ, ਇੱਥੇ ਮਤਲਬ ਸਲਾਣਾ ਵੀ ਬਣਦੀ ਹੈ, ਮਰਦ ਹੈ ਉਹ ਬਹੁਤ ਦੂਰ ਤੱਕ ਸੋਚਦਾ ਹੈ ਹਨਾ। ਔਰਤ ਛੋਟੀ ਜਿਹੀ ਗੱਲ ਤੇ ਲੜ ਪੈਂਦੀ ਹੈ, ਮਰਦ ਬਹੁਤ ਲੰਬੇ ਮਤਲਬ ਬਹੁਤ ਦੂਰ ਤੱਕ ਸੋਚਦਾ ਹੈ। ਇਸੇ ਕਰਕੇ ਘਰ ਬੰਨੇ ਜਾਂਦੇ ਹੁੰਦੇ ਨੇ। ਮਤਲਬ ਚੰਗੀਆਂ ਚੀਜ਼ਾਂ ਸਿੱਖੀਏ। ਇੱਕ ਗੱਲ ਹੁੰਦੀ ਹੈ ਕਿ ਆਪਣੀ ਚਾਦਰ ਤੋਂ ਬਾਹਰ ਪੈਰ ਨਾ ਕੱਢੀਏ। ਜਦੋਂ ਇੱਕ ਸੋਸ਼ਲ ਮੀਡੀਆ ਨੇ ਸਭ ਤੋਂ ਵੱਡਾ ਮਤਲਬ ਦੂਜਿਆਂ ਨੂੰ ਹੱਸਦੇ ਖੇਡਦੇ ਇੱਕ ਸਿਰਫ ਵਲੌਗ ਦੇ ਵਿੱਚ ਸਭ ਤੋਂ ਵੱਡਾ ਅੱਜ ਦੇ ਘਰ ਟੁੱਟਣ ਦਾ ਜਿਹੜਾ ਕਾਰਨ ਹੈ ਨਾ, ਉਹ ਵਲੌਗ ਨੇ। ਜਦੋਂ ਅਸੀਂ ਇਹ ਦੇਖਦੇ ਆਂ ਕਿ ਮਤਲਬ ਫਲਾਣੇ ਦਾ ਘਰ ਵਾਲੀ ਤਾਂ ਵੀ ਬਹੁਤ ਖੁਸ਼ ਨੇ, ਉਹ ਐ ਨਹੀਂ ਪਤਾ ਔਨ ਕੈਮਰਾ ਤਾਂ ਬਹੁਤ ਖੁਸ਼ ਨੇ, ਪਰ ਆਫ ਕੈਮਰਾ ਕੀ ਚੱਲ ਰਿਹਾ ਤੁਹਾਨੂੰ ਕੀ ਪਤਾ ਬਈ। ਹਾਂ, ਪਰ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਆਪਦੇ ਨਿਯਮ ਸੈੱਟ ਕਰੋ, ਤੁਸੀਂ ਕੀ ਹੋ ਉਹ ਤੁਸੀਂ ਮਤਲਬ ਨਾ ਦੂਜਿਆਂ ਨੂੰ ਦੇਖ ਕੇ ਤੁਸੀਂ ਕਿਉਂ ਜ਼ਿੰਦਗੀ ਜਿਉਣੇ ਹੋ ਜੀ। ਆਪਣੀ ਸੁਧਾਰਨੀ ਚਾਹੀਦੀ, ਆਪਦੇ ਪਰਿਵਾਰ ਨੂੰ ਦੇਖੋ, ਆਪਦੇ ਦਾਇਰੇ ਦੇਖੋ, ਠੀਕ ਹੈ, ਆਪਦੇ ਬੱਚਿਆਂ ਨੂੰ ਦੇਖੋ, ਉਸ ਹਿਸਾਬ ਨਾਲ ਉਹਨਾਂ ਨਾਲ ਟਾਈਮ ਸਪੈਂਡ ਕਰੋ। ਕਿਉਂ ਬਈ ਵਲੌਗ ਤੇ ਦੇਖ ਕੇ 2-2 ਘੰਟੇ ਖਰਾਬ ਕੀਤੇ ਆ। ਠੀਕ ਹੈ, ਚੰਗੀ ਚੀਜ਼ ਆ ਉਹ ਦੇਖੋ ਜੀ।
ਹਨਾ ਮਾੜੀ ਚੀਜ਼ ਨੂੰ ਦੇਖ ਕੇ ਘਰੇ ਲੜਾਈ ਪਾਈ ਜਾਓ, ਕੀ ਫਾਇਦਾ ਬਈ ਉਹਨਾਂ ਚੀਜ਼ਾਂ ਦਾ, ਹਨਾ। ਹੁਣ ਜਿਵੇਂ ਮੈਮ ਆਪਾਂ ਦੇਖਦੇ ਹਾਂ ਹਨਾ ਵੀ ਪਰਿਵਾਰਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਕਿਸੇ ਨਾ ਕਿਸੇ ਗੱਲ ਕਰਨ ਦੇ ਦੋ ਤਰੀਕੇ ਹੁੰਦੇ ਆ। ਆਪਾਂ ਆਪਦੀ ਗੱਲ ਕਹਿ ਵੀ ਜਾਈਏ ਤੇ ਅਗਲੇ ਦੇ ਮਨ ਨੂੰ ਵੀ ਲੱਗ ਗਈ ਹਨਾ, ਤੇ ਉਹੀ ਗੱਲ ਕਹਿਣ ਦਾ ਤਰੀਕਾ ਆਪਣਾ ਇਸ ਤਰ੍ਹਾਂ ਦਾ ਹੋਇਆ ਵੀ ਅਗਲੇ ਦੇ ਦਿਲ ਤੱਕ, ਦਿਲ ਦੀ ਗਹਿਰਾਈ ਤੱਕ ਉਹ ਗੱਲ ਚੁਭਦੀ ਰਹੀ ਪਤਾ ਨਹੀਂ ਕਿੰਨੇ ਸਾਲਾਂ ਤੱਕ। ਤੇ ਉਸੇ ਗੱਲ ਨੂੰ ਜਦੋਂ ਆਪਾਂ ਪੋਲਿਸ਼ ਕਰਕੇ ਕੀਤਾ, ਆਪਦੀ ਗੱਲ ਨੂੰ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਬਹੁਤ ਸੋਹਣੇ ਤਰੀਕੇ ਦੇ ਨਾਲ, ਤਾਂ ਸਾਰੇ ਪਰਿਵਾਰ ਨੇ ਆਪਣੀ ਗੱਲ ਵੀ ਸੁਣ ਲਈ ਵੀ ਮਸਲਾ ਵੀ ਹੱਲ ਹੋ ਗਿਆ ਤੇ ਕੋਈ ਘਰ ਦੇ ਵਿੱਚ ਕੋਈ ਡਿਸਪਿਊਟ ਵੀ ਨਹੀਂ ਹੋਇਆ ਹਨਾ, ਦਿਲ ਵੀ ਨਹੀਂ ਦੁਖਿਆ। ਤੇ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦੀ ਹੈਗੀ ਵੀ ਜਿਹੜੇ ਆਪਣੇ ਚੰਗੇ ਹੋਣਾ ਜਾਂ ਮਾੜੇ ਹੋਣਾ, ਹਰ ਇੱਕ ਇਨਸਾਨ ਚੰਗਾ ਨਹੀਂ ਹੁੰਦਾ, ਹਰ ਇੱਕ ਇਨਸਾਨ ਮਾੜਾ ਨਹੀਂ ਹੁੰਦਾ ਹਨਾ। ਤੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਲੋਕ ਆਉਂਦੇ ਨੇ ਹਨਾ, ਉਹ ਇਹ ਮੈਂ ਕਹਿੰਦੀ ਆ ਵੀ ਉਹ ਅੰਦਾਜ਼ੇ ਲਾਉਣ ਲੱਗ ਜਾਂਦੇ ਨੇ ਵੀ ਇਹ ਸਹੀ ਹੈ ਜਾਂ ਗਲਤ ਹੈ। ਉਹਨਾਂ ਦੇ ਅੰਦਾਜ਼ਿਆਂ ਤੋਂ ਉੱਪਰ ਉੱਠ ਕੇ ਆਪਾਂ ਆਪਦੇ ਮਨ ਨੂੰ ਸ਼ਾਂਤ ਰੱਖੀਏ ਵੀ ਆਪਦੇ ਮਨ ਦੇ ਮਤਲਬ ਆਪਦੇ ਦਿਲ ਦੇ ਵਿੱਚ ਆਪਣੇ ਚ ਕੋਈ ਰੰਜਿਸ਼ ਨਾ ਰਵੇ ਵੀ ਹਾਏ ਮੈਂ ਇੱਥੇ ਗਲਤ ਸੀਗੀ ਹਨਾ। ਲੋਕਾਂ ਦਾ ਕੀ, ਉਹ ਤਾਂ ਕਹਿੰਦੇ ਰਹਿੰਦੇ ਨੇ ਤੇ ਆਪਾਂ ਕਿਸੇ ਦੇ ਮਗਰ ਲੱਗ ਕੇ ਆਪਦੇ ਆਪ ਨੂੰ, ਆਪਦੀ ਸ਼ਖਸੀਅਤ ਨੂੰ ਥੋੜੀ ਖਰਾਬ ਕਰਨਾ। ਮੈਂ ਉਹੀ ਕਹਿੰਦੀ ਆ ਵੀ ਆਪਦੀ ਗੱਲ ਨੂੰ ਰੱਖੋ, ਪਰ ਬਹੁਤ ਸੋਹਣੇ ਤਰੀਕੇ ਦੇ ਨਾਲ ਰੱਖੋ ਤਾਂ ਕਿ ਤੁਹਾਡੀ ਗੱਲ ਵੀ ਮੰਨੀ ਜਾਵੇ ਤੇ ਪਰਿਵਾਰਾਂ ਦੇ ਵਿੱਚ ਡਿਸਪਿਊਟ ਵੀ ਨਾ ਪੈਣ। ਵੀ ਚੁੱਪ ਰਹਿਣਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾਗਾ, ਕਿਉਂਕਿ ਜਿਹੜੇ ਬੰਦੇ ਚੁੱਪ ਨੇ ਉਹ ਮੁਰਦੇ ਨੇ, ਉਹ ਆਪਣੇ ਪੜ੍ਹੇ ਲਿਖੇ ਹੋਣ ਦਾ ਕੋਈ ਫਾਇਦਾ ਨਹੀਂ ਹੈਗਾ। ਆਪਣੀ ਪੜ੍ਹਾਈ ਲਿਖਾਈ ਆਪਾਂ ਨੂੰ ਇਹ ਸਲੀਕਾ ਸਿਖਾਉਂਦੀ ਹੈ ਵੀ ਆਪਾਂ ਆਪਦੀ ਗੱਲ ਕਿਹੜੇ ਤਰੀਕੇ ਦੇ ਨਾਲ ਰੱਖਣੀ ਹੈ। ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਇਹ ਸਲੀਕਾ ਸਿੱਖ ਜਾਂਦੇ ਆ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਦੇ ਮਾਰ ਖਾਵਾਂਗੇ। ਜੀ ਬਿਲਕੁਲ, ਬਹੁਤ ਸੋਹਣਾ ਸੁਨੇਹਾ। ਤੇ ਭੈਣੇ ਤੁਹਾਡੇ ਕੋਲੋਂ ਇਹ ਪੁੱਛਣਾ ਹੈ ਵੀ ਤੁਸੀਂ ਕੀ ਸੁਣਾਓਗੇ ਅੱਜ ਸਾਨੂੰ, ਕਿਉਂਕਿ ਇਹ ਜੋ ਵੀ ਸੁਣਾਉਂਦੇ ਨੇ ਹੁਣ ਤੁਸੀਂ ਉਹਨੂੰ ਇੰਨਾ ਪਸੰਦ ਕਰਦੇ ਹੋ। ਸੋ ਅੱਜ ਕੀ ਆਪਣੇ ਮਨ ਦੀ ਸੋਚ ਨੂੰ ਕਿਸ ਤਰ੍ਹਾਂ ਕਲਮ ਤੋਂ ਕੱਢਿਆ ਤੁਸੀਂ? ਮੈਂ ਨਾ ਮਤਲਬ ਅੱਜ ਜਦੋਂ ਆ ਰਹੀ ਸੀਗੀ ਬੱਸ ਦੇ ਵਿੱਚ ਤਾਂ ਮੈਨੂੰ ਬੈਠੇ ਨੂੰ ਕੁਛ ਜਿਵੇਂ ਆਪਾਂ ਕਹਿੰਦੇ ਵੀ ਆਮਦ ਹੋਈ, ਹਾਂ ਯਾਦ ਆ ਰਹੇ ਸੀ ਤੇ ਮੈਂ ਉਹਨੂੰ ਇੱਕ ਪੋਇਟਰੀ ਦਾ ਰੂਪ ਲੈ ਲਿਆ, ਛੋਟਾ ਜਿਹਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੇ ਜਿਹਦੇ ਵਿੱਚ ਮੈਂ ਦੇਖਿਆ ਕਿ ਜਦੋਂ ਮੈਂ ਚੱਲੀ ਤਾਂ ਹੌਲੀ ਹੌਲੀ ਮੇਰੇ ਮਨ ਦੇ ਵਿੱਚ ਪਤਾ ਨਹੀਂ ਕਿਵੇਂ ਆਪਣੇ ਆਪੋ ਜਿਹੜੀਆਂ ਚੀਜ਼ਾਂ ਸੀਗੀਆਂ ਹਨਾ ਵੀ ਉਹ ਆਉਂਦੀਆਂ ਰਹੀਆਂ। ਨਿੱਕੀਆਂ ਨਿੱਕੀਆਂ ਪੈੜਾਂ ਪੱਟਦੀ ਤੇ ਹਰ ਖੇਤਰ ਦੇ ਵਿੱਚ ਅੱਗੇ ਵਧਦੀ, ਮਾਪਿਆਂ ਦਾ ਮੈਂ ਨਾਂ ਚਮਕਾਉਂਦੀ ਤੇ ਕੁਝ ਕਹਿੰਦੇ ਨੇ ਕਿ ਇਹ ਸੱਭਿਆਚਾਰ ਦੇ ਨਾਲ ਜੁੜ ਕੇ ਰਹਿੰਦੀ। ਕੁਝ ਕੁੜੀਆਂ ਦੇ ਲਈ ਮੈਂ ਆਦਰਸ਼ ਬਣਦੀ ਤੇ ਕੁਝ ਕਹਿੰਦੇ ਨੇ ਕਿ ਇਹ ਨਚਾਰਾਂ ਵਾਲੇ ਕੰਮ ਕਰਦੀ। ਜਿਨ੍ਹਾਂ ਦੀ ਜਿਹੋ ਜਿਹੀ ਸੋਚ ਉਹਨਾਂ ਨੂੰ ਜਸਲੀਨ ਕੌਰ ਉਹਨਾਂ ਵਰਗੀ ਲੱਗਦੀ। ਭੈਣ, ਭਰਾ, ਮੰਮੀ ਤੇ ਡੈਡੀ, ਤੇ ਜਿਹਦੇ ਵਿੱਚ ਹੁਣ ਸਾਡੀ ਸਾਰੀ ਫੈਮਿਲੀ ਜੁੜ ਗਈ ਆ ਤੇ ਜਿਨ੍ਹਾਂ ਦੀ ਸਪੋਰਟ ਹਮੇਸ਼ਾ ਹਰ ਗੱਲ ਦੇ ਵਿੱਚ ਮੈਨੂੰ ਰਹਿੰਦੀ ਆ ਤੇ ਤਾਂ ਹੀ ਤਾਂ ਕੁਛ ਨਵਾਂ ਕਰਨ ਦੀ ਤੰਗ ਜਿਹੀ ਮੈਨੂੰ ਰਹਿੰਦੀ ਆ ਤੇ ਹਰ ਗੱਲ ਦੇ ਵਿੱਚ ਨਵਾਂ ਕਰਨ ਦੀ ਕੁਛ ਤੰਗ ਜਿਹੀ ਮੈਨੂੰ ਰਹਿੰਦੀ ਆ। ਧੰਨਵਾਦ। ਕੀ ਬਾਤ ਹੈ, ਬਹੁਤ ਸੋਹਣਾ ਲਿਖਿਆ ਤੁਸੀਂ, ਬਹੁਤ ਅੱਛੇ ਵਿਚਾਰਾਂ ਨੂੰ ਆਪਣਿਆਂ ਨੂੰ ਤੁਸੀਂ ਰੱਖਿਆ। ਸੋ ਪਰਮਾਤਮਾ ਇਸੇ ਤਰ੍ਹਾਂ ਜਿਹੜਾ ਤੁਹਾਡੇ ਤੇ ਮਿਹਰਬਾਨ ਰਹੇ ਤੇ ਤੁਸੀਂ ਆਪਣੀ ਕਲਾ ਦੇ ਨਾਲ ਨਾਲ ਸੱਭਿਆਚਾਰ ਨੂੰ ਵੀ ਜਿਹੜਾ ਹੈ ਉਹ ਦੁਨੀਆ ਤੱਕ ਲੈ ਕੇ ਜਾ ਪਾਓ। ਅੱਜ ਗਾਣਾ ਕਿਹੜਾ ਸੁਣਾਉਣ ਵਾਲੇ ਹੋ ਤੁਸੀਂ ਭੈਣ ਜੀ? ਸਾਡਾ ਚਿੜੀਆਂ ਦਾ ਚੰਬਾ ਵੇ ਬੁਲਾਵੇ, ਸਾਡਾ ਚਿੜੀਆਂ ਦਾ ਚੰਬਾ ਵੇ ਉੱਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲਾਵੇ, ਸਾਡਾ ਚਿੜੀਆਂ ਦਾ ਚੰਬਾ ਵੇ। ਜਿਵੇਂ ਕਿ ਅਮਨ ਦੀਦੀ ਨੇ ਦੱਸਿਆ ਕਿ ਕੁੜੀਆਂ ਆਪਦੇ ਘਰ ਦੇ ਕੰਮ ਕਰਨ ਦੇ ਨਾਲ ਨਾਲ ਆਪਣਾ ਕੰਮ ਨੂੰ ਵੀ ਅੱਗੇ ਵਧਾ ਸਕਦੇ ਆ। ਫਸਟ ਐਗਜ਼ਾਮਪਲ ਤੁਹਾਡੇ ਸਾਹਮਣੇ ਕਿ ਇਹਨਾਂ ਨੇ ਆਪਣਾ ਸ਼ੌਂਕ ਵੀ ਪੂਰਾ ਕੀਤਾ ਤੇ ਆਪਣੇ ਸਹੁਰਾ ਪਰਿਵਾਰ ਨੂੰ ਵੀ ਦੇਖਿਆ। ਅਸੀਂ ਅਜੇ ਵਿਆਹੀਆਂ ਤਾਂ ਨਹੀਂ ਗਈਆਂ ਪਰ ਦੀਦੀ ਤੋਂ ਅਸੀਂ ਇੰਨਾ ਕੁ ਸਿੱਖ ਲਿਆ ਕਿ ਦੀਦੀ ਨੇ ਇਹ ਗੱਲ ਬੜੀ ਸਹੀ ਕਹੀ ਸੀ ਕਿ ਦਿਮਾਗ ਦੇ ਵਿੱਚ ਕੁੜੀਆਂ ਪਾਉਣੀਆਂ ਜੀ ਅਸੀਂ ਜੌਬ ਹੀ ਕਰਨੀ ਹੈ ਜਾਂ ਮੈਂ ਆਪਣੇ ਹਸਬੈਂਡ ਨੂੰ ਆਪਣੇ ਵੱਲ ਹੀ ਰੱਖਣਾ। ਪਰ ਜ਼ਿਆਦਾ ਤਾਂ ਤੁਸੀਂ ਦੇਖਿਆ ਹੋਣਾ 100 ਚੋਂ 90% ਜਿਹੜੇ ਹਾਰਟ ਅਟੈਕ ਬੰਦਿਆਂ ਨੂੰ ਕਿਉਂ ਆਉਂਦੇ ਨੇ, ਕਿਉਂਕਿ ਬੰਦੇ ਕਦੇ ਵੀ ਆਪਣੀ ਦਿਲ ਦੀ ਗੱਲ ਸਾਂਝੀ ਨਹੀਂ ਕਰਦੇ, ਦਿਮਾਗ ਦੇ ਟੈਨਸ਼ਨ ਰੱਖਦੇ ਨੇ, ਅੰਦਰੋਂ ਅੰਦਰ ਹੀ ਸੋਚਦੇ ਨੇ। ਕੁੜੀਆਂ ਤਾਂ ਹਰ ਕਿਤੇ ਢਿੱਡ ਖਾਲੀ ਕਰ ਲੈਂਦੀਆਂ, ਚੁਗਲੀਆਂ ਵੀ ਕਰ ਲੈਂਦੀਆਂ ਸਾਡੇ ਵਰਗੀਆਂ ਹਨਾ, ਕਦੇ ਦੀਦੀ ਨੂੰ ਦੱਸਦਾ ਕਦੇ ਕਿਸੇ ਨੂੰ ਦੱਸਦਾ। ਪਰ ਬੰਦਾ ਉੱਥੇ ਵਿੱਚ ਵਿਚਾਲੇ ਉਦੋਂ ਫਸ ਜਾਂਦਾ ਜਦੋਂ ਉਹਨੂੰ ਆਪਣੀ ਵਾਈਫ ਦੀ ਵੀ ਗੱਲ ਸੁਣਨੀ ਪੈਂਦੀ ਹੈ, ਆਪਦੀ ਮਾਂ ਦੀ ਵੀ ਗੱਲ ਸੁਣਨੀ ਪੈਂਦੀ ਹੈ। ਫਿਰ ਕੁੜੀਆਂ ਕਹਿੰਦੀਆਂ ਮੇਰਾ ਘਰ ਵਾਲਾ ਮੇਰੇ ਬਰਾਬਰ ਨਹੀਂ ਹੈ, ਪਰ ਜਿਹੜੀ ਮਾਂ ਨੇ ਜੰਮਿਆ ਉਹਦੇ ਬਾਰੇ ਆਪਾਂ ਕਿਉਂ ਨਹੀਂ ਸੋਚਦੇ? ਬਿਲਕੁਲ। ਮੇਰੇ ਭਰਾ ਨਹੀਂ ਹੈਗਾ, ਮੈਨੂੰ ਨਹੀਂ ਪਤਾ ਕੀ ਹੋਣਾ ਆ, ਅਸੀਂ ਦੋ ਹੀ ਭੈਣਾਂ, ਪਰ ਜਿਹੜੀਆਂ ਕੱਲ ਨੂੰ ਅਸੀਂ ਵੀ ਬਗਾਨੇ ਥਾਂ ਜਾਣਾ। ਪਰ ਸਾਨੂੰ ਇਹ ਸੋਚਣਾ ਚਾਹੀਦਾ ਜੇ ਉਹਨੇ ਆਪਣੀ ਮਾਂ ਨੂੰ ਦੇਖਣਾ ਨਾ, ਮੈਨੂੰ ਮੇਰੇ ਸ਼ੌਂਕ ਪੂਰੇ ਕਰਨੇ ਤਾਂ ਉਹਨੇ ਮਾਂ ਨੂੰ ਵੀ ਆਪਣੀ ਨੂੰ ਬਰਾਬਰ ਹੀ ਦੇਖਣਾ।
ਰੱਖਣਾ। ਇਸ ਕਰਕੇ ਆਪਣੀ ਗੱਲ ਸਾਂਝੀ ਰੱਖੋ ਘਰ ਦੇ ਵਿੱਚ, ਪਰ ਇੱਕ ਤੌਰ ਤਰੀਕੇ ਨਾਲ ਸ਼ੌਂਕ ਪੂਰੇ ਕਰੋ ਜਿਵੇਂ ਅਸੀਂ ਆਪਣੇ ਕਰ ਰਹੇ ਹਾਂ, ਸਾਡੇ ਸਰ ਨੇ ਸਾਨੂੰ ਸਿਖਾਇਆ। ਪਰ ਘਰ ਦੇ ਵਿੱਚ ਸਲੀਕਾ, ਕਬੀਲਦਾਰੀ, ਸਚਿਆਰਪੁਣਾ ਆਉਣਾ ਚਾਹੀਦਾ। ਸਾਨੂੰ ਸਾਰਾ ਕੁਝ ਕਰਨਾ ਆਉਣਾ ਚਾਹੀਦਾ ਕਿ ਕੱਲਾ ਸਾਨੂੰ ਇਹੀ ਨਹੀਂ ਕਿ ਸਾਨੂੰ ਗਾਣਾ ਸਿਖਾਇਆ, ਸਾਡੀ ਮਾਂ ਨੇ ਸਾਨੂੰ ਰੋਟੀ ਬਣਾਉਣੀ ਵੀ ਸਿਖਾਈ ਹੈ, ਕੰਮ ਕਰਨੇ ਵੀ ਸਿਖਾਏ ਆ। ਇਦਾਂ ਹੀ ਅਸੀਂ ਆਪਣੀ ਲਾਈਫ ਨੂੰ ਅੱਗੇ ਵਧਾ ਸਕਦੇ ਹਾਂ। ਤੇ ਮੈਂ ਦਿਲੋਂ ਦੁਆ ਕਰਦੀ ਹਾਂ ਕਿ ਇੰਨੀਆਂ ਸੋਹਣੀਆਂ ਸੋਚ ਤੁਸੀਂ ਰੱਖਦੀਆਂ ਹੋ, ਹੈ ਨਾ, ਤੇ ਇੰਨੀ ਹੀ ਸੋਹਣੀ ਸੋਚ ਨੂੰ ਓਨੀ ਹੀ ਸੋਹਣੇ ਤਰੀਕੇ ਦੇ ਨਾਲ ਰਿਸਪੈਕਟ ਕਰਨ ਵਾਲਾ ਪਰਿਵਾਰ ਤੁਹਾਨੂੰ ਮਿਲੇ ਜੀ। ਹਾਂਜੀ ਭੈਣ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਸੀ ਵੀ ਜਿਹੜੀਆਂ ਕੁੜੀਆਂ ਜੌਬ ਕਰਦੀਆਂ ਨੇ ਹਨਾ, ਤੇ ਉਹ ਕਿਤੇ ਨਾ ਕਿਤੇ ਮਤਲਬ ਕਿ ਵੀ ਜ਼ਰੂਰੀ ਨਹੀਂ ਵੀ ਆਪਣੇ ਹਸਬੈਂਡ ਦਾ ਅਹੁਦਾ ਵੀ ਆਪਣੇ ਬਰਾਬਰ ਦਾ ਹੀ ਹੋਵੇ ਹਨਾ। ਤੇ ਜੇ ਆਪਣੇ ਹਸਬੈਂਡ ਦਾ ਅਹੁਦਾ ਆਪਣੇ ਤੋਂ ਬਰਾਬਰ ਦਾ ਨਹੀਂ ਹੈਗਾ, ਥੋੜਾ ਜਿਹਾ ਮਤਲਬ ਕਿ ਵੀ ਛੋਟਾ ਹੈ ਹਨਾ, ਜਾਂ ਉਹਨਾਂ ਦੀ ਸੈਲਰੀ ਘੱਟ ਆ, ਤਾਂ ਕੁੜੀਆਂ ਨੂੰ ਘਰ ਦੇ ਵਿੱਚ ਨਾ, ਮੈਨੂੰ ਜਿੱਥੇ ਤੱਕ ਮੇਰੀ ਸੋਚ ਹੈ ਵੀ ਜਿਹੜਾ ਮਰਦ ਹੁੰਦਾਗਾ ਹਨਾ, ਵੀ ਉਹਨੂੰ ਰਿਸਪੈਕਟ ਦੇਣਾ ਆਪਣਾ ਫਰਜ਼ ਬਣਦਾ। ਤੇ ਘਰ ਦੇ ਵਿੱਚ ਮਰਦ ਦੀ ਚੱਲਣੀ, ਮੈਂ ਇਹ ਨਹੀਂ ਕਹਿੰਦੀ ਕਿ ਵੀ ਮਰਦ ਪ੍ਰਧਾਨ ਦੇਸ਼ ਹੈ, ਨਹੀਂ, ਇਹ ਗਲਤ ਹੈ, ਪਰ ਜਿਹੜੀ ਆਪਣੇ ਬਜ਼ੁਰਗਾਂ ਨੇ ਆਪਾਂ ਨੂੰ ਗੱਲ ਸਿਖਾਈ ਹੈ ਵੀ ਮਰਦ ਦੀ ਚੱਲਣੀ ਚਾਹੀਦੀ, ਤੇ ਬਹੁਤ ਸੋਹਣੀ ਚੀਜ਼ ਹੈ ਹਨਾ। ਕਿਉਂਕਿ ਜਿੱਥੇ ਔਰਤ ਦੀ ਚੱਲਦੀ ਹੈ ਤਾਂ ਉੱਥੇ ਆਪਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਮਰਦ ਨੇ ਅਲੱਗ-ਅਲੱਗ ਥਾਵਾਂ ਤੇ ਜਾ ਕੇ ਬਹੁਤ ਸਾਰੇ ਲੋਕਾਂ ਦੇ ਨਾਲ ਵਿਚਰਨਾ ਹੁੰਦਾ ਹੈ ਹਨਾ, ਤੇ ਉਹਨੇ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਵੀ ਪਰਿਵਾਰ ਨੂੰ ਕਿਵੇਂ ਚਲਾਉਣਾ। ਤੇ ਮੈਂ ਇਹ ਕਹਿਣੀ ਹੈ ਵੀ ਆਪਾਂ ਨੂੰ ਆਪਦੀ ਸੋਚ ਵੀ ਰੱਖਣੀ ਚਾਹੀਦੀ ਹੈ, ਤੇ ਪਰ ਮਤਲਬ ਕਿ ਵੀ ਘਰ ਪਰ ਜਿਵੇਂ ਹੁਣ ਘਰ ਬਣਾਇਆ ਇੱਕ ਔਰਤ ਨੇ, ਤੇ ਉਹਦੇ ਨਾਮ ਦੇ ਬਾਹਰ ਜਿਹੜਾ ਉਹਦਾ ਘਰ ਦੀ ਨੇਮ ਪਲੇਟ ਆ, ਉਹ ਮਰਦ ਦੀ ਸੋਹਣੀ ਲੱਗਦੀ ਹੈ, ਔਰਤ ਦੀ ਸੋਹਣੀ ਨਹੀਂ ਚੱਲਦੀ ਲੱਗਦੀ। ਕਿਉਂਕਿ ਆਪਣੇ ਸਮਾਜ ਦਾ ਤਾਣਾ ਬਾਣਾ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਵੀ ਇੱਥੇ ਤਾਂ ਔਰਤਾਂ ਦੀ ਚੱਲਦੀ ਹੈ ਜੀ ਹਨਾ, ਇਹਨੂੰ ਵਧੀਆ ਨਹੀਂ ਗਿਣਿਆ ਜਾਂਦਾਗਾ। ਤੇ ਆਪਾਂ ਨੂੰ ਲੋੜ ਕੀ ਹੈ ਫਿਰ? ਆਪਾਂ ਨੂੰ ਮਤਲਬ ਕਿ ਵੀ ਉਸੇ ਤਰ੍ਹਾਂ ਦੇ ਨਾਲ ਆਪਦੇ ਪਰਿਵਾਰ ਚਲਾਉਣੇ ਚਾਹੀਦੇ ਨੇ ਜਿਵੇਂ ਆਪਣੇ ਸਮਾਜ ਦਾ ਤਾਣਾ ਬਾਣਾ ਚੱਲਦਾ, ਤੇ ਉਵੇਂ ਹੀ ਸੋਹਣਾ ਲੱਗਦਾ। ਤੇ ਜੇ ਆਪਾਂ ਕਹਿ ਦਈਏ ਵੀ ਅਸੀਂ ਤਾਂ ਬਹੁਤ ਮਹਾਨ, ਅਸੀਂ ਤਾਂ ਜ਼ਿਆਦਾ ਕਮਾਉਨੇ ਆ, ਜਾਂ ਮਤਲਬ ਅਸੀਂ ਤਾਂ ਨੀਚਾ ਦਿਖਾਈ ਜਾਈਏ, ਤੇ ਫਿਰ ਉੱਥੇ ਪਰਿਵਾਰ ਕਿਵੇਂ ਵਧੀਆ ਰਹਿ ਸਕੂਗਾ? ਕਿਤੇ ਨਾ ਕਿਤੇ ਆਪਣੇ ਹਸਬੈਂਡ ਮਤਲਬ ਕਿ ਡਿਪਰੈਸ਼ਨ ਦੇ ਵਿੱਚ ਆ ਜਾਣਗੇ। ਤੇ ਜੇ ਉਹਨਾਂ ਨੂੰ ਆਪਾਂ ਪੂਰਾ ਮਾਣ ਸਤਿਕਾਰ ਦੇਵਾਂਗੇ ਤਾਂ ਉਹ ਵੀ ਆਪਾਂ ਨੂੰ ਮਾਣ ਸਤਿਕਾਰ ਦੇਣਗੇ। ਉਹਨਾਂ ਦੇ ਦਿਲਾਂ ਦੇ ਵਿੱਚ ਜੇ ਕਿਤੇ ਨਾ ਕਿਤੇ ਉਹਨਾਂ ਦੇ ਦਿਲਾਂ ਦੇ ਵਿੱਚ ਹੈਗੀ ਵੀ ਹੈ, ਤਾਂ ਉਹ ਮੇਰਾ ਆਪਦਾ ਪਰਸਨਲੀ ਲੱਗਦਾ ਮੈਨੂੰ ਵੀ ਜੇ ਆਪਾਂ ਉਹਨਾਂ ਨੂੰ ਬਹੁਤ ਸਤਿਕਾਰ ਦੇ ਰਹੇ ਹਾਂ ਤਾਂ ਇਹ ਹੋ ਹੀ ਨਹੀਂ ਸਕਦਾ ਵੀ ਉਹ ਆਪਾਂ ਨੂੰ ਸਤਿਕਾਰ ਨਾ ਦੇਣ ਹਨਾ। ਕਿਉਂਕਿ ਆਪਾਂ ਕੱਲ ਨੂੰ ਆਪਦੇ ਬੱਚਿਆਂ ਦੀਆਂ ਮੰਮੀਆਂ ਵੀ, ਆਪਣੇ ਬੇਟੇ ਵੀ ਹੈਗੇ ਨੇ ਹਨਾ, ਤੇ ਉਹਨਾਂ ਨੇ ਵੀ ਤਾਂ ਇੱਕ ਮਤਲਬ ਕਿ ਵੀ ਪਰਿਵਾਰ ਚਲਾਉਣਾ ਹੈ ਨਾ। ਜਿੱਥੇ ਆਪਣੇ ਬੱਚੇ ਦੀ, ਬੇਟੇ ਦੀ, ਆਪਣੇ ਦੀ ਕਿਤੇ ਇਨਸਲਟ ਹੋਊਗੀ ਜਾਂ ਉਹਨੂੰ ਨੀਚਾ ਦਿਖਾਇਆ ਜਾਊਗਾ, ਤੇ ਆਪਾਂ ਨੂੰ ਕਿੰਨਾ ਫੀਲ ਹੋਊਗਾ। ਫਿਰ ਆਪਾਂ ਕਹਿ ਦਿੰਦੇ ਆ ਵੀ ਸੱਸਾਂ ਮਾੜੀਆਂ ਨੇ ਹਨਾ। ਬਹੁਤ ਗਲਤ ਗੱਲ ਹੈ ਇਹ, ਸੱਸਾਂ ਮਾੜੀਆਂ ਨਹੀਂ ਹੈਗੀਆਂ, ਉਹ ਆਪਦੇ ਪੁੱਤ ਦੀ ਰਿਸਪੈਕਟ ਚਾਹੁੰਦੀਆਂ ਨੇ, ਤੇ ਆਪਾਂ ਨੂੰ ਉਹ ਕਰਨੀ ਚਾਹੀਦੀ ਹੈ, ਤੇ ਕਰਨੀ ਬਣਦੀ ਵੀ ਹੈ। ਆਪਾਂ ਆਪਦੇ ਪੇਰੈਂਟਸ ਦੀ ਰਿਸਪੈਕਟ ਨਹੀਂ ਕਰਦੇਗੇ, ਆਪਦੇ ਡੈਡੀ ਦੀ ਰਿਸਪੈਕਟ ਨਹੀਂ ਕਰਦੇਗੇ, ਆਪਦੇ ਭਰਾ ਦੀ ਰਿਸਪੈਕਟ ਨਹੀਂ ਕਰਦੇਗੇ, ਫਿਰ ਆਪਾਂ ਆਪਦੇ ਹਸਬੈਂਡ ਨੂੰ ਵੀ ਓਨੀ ਸਤਿਕਾਰ ਦਈਏ ਜਿੰਨਾ ਉਹਨਾਂ ਦਾ ਬਣਦਾ ਜੀ। ਬਿਲਕੁਲ, ਬਹੁਤ ਖੂਬ। ਸੋ ਭਾਜੀ ਤੁਸੀਂ ਆ ਜਾਓ ਹੁਣ ਇੱਧਰ ਨੂੰ ਮਾੜਾ ਜਿਹਾ। ਧੀਆਂ ਇੰਨੀਆਂ ਸਿਆਣੀਆਂ ਨੇ ਘਰ ਬਚਾਉਣ ਦੀਆਂ, ਹੈ ਨਾ, ਘਰ ਨੂੰ ਸੋਹਣੀ ਤਰ੍ਹਾਂ ਸੰਭਾਲਣ ਦੀਆਂ ਗੱਲਾਂ ਕਰਦੀਆਂ ਨੇ, ਬਾਕੀ ਸਿੱਖ ਰਹੀਆਂ ਨੇ ਅੱਗੇ ਜਾਣ ਲਈ। ਸੋ ਇਹ ਭਰਾ ਜਿਹੜਾ ਪਿਓ ਵਾਂਗੂ ਜ਼ਿੰਮੇਵਾਰੀਆਂ ਸਾਂਭਦਾ ਹੈ, ਭਰਾ ਬਣ ਕੇ ਹਰ ਭੈਣ ਦੇ ਨਾਲ ਜੁੜਿਆ ਹੋਇਆ, ਘਰਦਿਆਂ ਨਾਲ ਜੁੜਿਆ ਹੋਇਆ, ਸਾਰਿਆਂ ਦੇ ਸਤਿਕਾਰ ਸਦਕਾ, ਸਾਰਿਆਂ ਦੇ ਯਕੀਨ ਸਦਕਾ ਅੱਜ ਸਭ ਨੇ ਲੋਹੜੀ ਲਈ ਇੱਥੇ ਭੇਜਿਆ ਹੋਇਆ। ਇਹ ਭਰਾ, ਇਹ ਟੀਚਰ, ਇਹ ਪਿਓ, ਇਹ ਕੀ ਮਹਿਸੂਸ ਕਰਦਾ ਹੈ ਸਾਰਿਆਂ ਨੂੰ ਜਦੋਂ ਇਕੱਠੇ ਵੇਖਦਾ? ਮੈਂ ਬੜੀਆਂ ਸੋਹਣੀਆਂ ਗੱਲਾਂ ਕਹੀਆਂ ਨੇ, ਕਿਉਂਕਿ ਮੈਨੂੰ ਇਸ ਚੀਜ਼ ਦਾ ਬੜਾ ਮਾਣ ਮਹਿਸੂਸ ਹੁੰਦਾ ਵੀ ਸਾਡੇ ਬੱਚੇ ਜਿਹੜੇ ਵੈਲ ਐਜੂਕੇਟਡ ਨੇ। ਮਨਦੀਪ ਧਾਲੀਵਾਲ ਜੀ ਇਹ ਲੈਕਚਰਰ ਨੇ, ਗਵਰਨਮੈਂਟ ਜੌਬ ਤੇ ਨੇ। ਮਨਿੰਦਰ ਜੀ ਖੜੇ ਨੇ, ਉਹ ਵੀ ਗਵਰਨਮੈਂਟ ਜੌਬ ਤੇ ਨੇ, ਤੇ ਜ਼ਿਆਦਾਤਰ ਬੱਚੇ ਸਾਡੇ ਗਵਰਨਮੈਂਟ ਜੌਬ ਤੇ ਨੇ, ਤੇ ਬਹੁਤੇ ਬੱਚੇ ਵਿਦੇਸ਼ਾਂ 'ਚ ਬੈਠੇ ਨੇ, ਬੜਾ ਸੋਹਣੇ ਮੁਕਾਮ ਤੇ ਨੇ। ਤੇ ਸਾਰੀਆਂ ਬੱਚੀਆਂ, ਦਿਲਜੋਤ ਜੀ ਹੈ ਬਹੁਤ ਅੱਛੀ ਕਵਿਤਰੀ ਹੈ, ਤੇ ਦਰਸੀਨ ਜੀ ਨੇ ਦੱਸਿਆ, ਸਾਹਿਬ ਜੀ ਹੈ ਹਨਾ, ਤੇ ਰਮਨ ਜੀ ਖੜੇ ਨੇ ਹਨਾ। ਤੇ ਕੁੜੀਆਂ ਨੂੰ ਇੰਨਾ ਕੁ ਜ਼ਿਆਦਾ ਅਸੀਂ ਸਿਖਾਇਆ ਹੋਇਆ। ਹੁਣ ਉਹ ਬੰਬੇ ਤੋਂ ਟ੍ਰੇਨਿੰਗ ਲੈ ਕੇ ਆਈ ਆ ਰਮਨ ਹਨਾ, ਤੇ ਕਮਲ ਖੜੀ ਹੈ ਇੱਧਰ ਨਾਲ ਹੀ, ਤੇ ਸਾਹਿਬਪ੍ਰੀਤ ਰੋਪੜ ਤੋਂ ਆਈ ਹੈ ਹਨਾ ਕੁੜੀਆਂ। ਤੇ ਅਸੀਂ ਇਹਨਾਂ ਨੂੰ ਜ਼ਿੰਦਗੀ ਨਾਲ ਲੜਨਾ ਸਿਖਾਇਆ ਹੋਇਆ। ਇਹ ਗੰਦੀ ਸੋਚ ਤੋਂ ਬਾਹਰ ਕੱਢਿਆ ਹੋਇਆ ਵੀ ਕੁੜੀ ਇਕੱਲੀ ਬਾਹਰ ਨਹੀਂ ਜਾ ਸਕਦੀ, ਕੁੜੀ ਇਕੱਲੀ ਕੁਝ ਨਹੀਂ ਕਰ ਸਕਦੀ ਹਨਾ। ਅਸੀਂ ਇਹਨਾਂ ਨੂੰ ਇੰਨੀ ਕੁ ਤਾਕਤ ਦਿੱਤੀ ਹੋਈ ਹੈ। ਇਕੱਲਾ ਮੇਰਾ ਇਹਨਾਂ ਨੂੰ ਗਿੱਧਾ ਲੋਕ ਗੀਤ ਸਿਖਾਉਣ ਦਾ ਮਕਸਦ ਨਹੀਂ ਹੈਗਾ, ਉਹ ਤਾਂ ਇੱਕ ਸਾਡਾ ਆਪਣੀ ਜ਼ਿੰਦਗੀ ਦਾ ਇੱਕ ਇੰਜੋਇਮੈਂਟ ਆ ਹਨਾ, ਇੱਕ ਜ਼ਿੰਦਗੀ 'ਚ ਖੁਸ਼ਹਾਲ ਰਹਿਣ ਦਾ ਤਰੀਕਾ। ਪਰ ਉਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਕੰਮਕਾਰਾਂ ਬਾਰੇ ਦੱਸਦੇ ਹਾਂ, ਇਹਨਾਂ ਦੇ ਘਰੇਲੂ ਕੰਮਾਂ ਬਾਰੇ ਦੱਸਦੇ ਹਾਂ, ਅੱਗੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਿੱਦਾਂ ਵਿਚਰਨਾਗਾ। ਪਰ ਇੱਕ ਗੱਲ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਵੀ ਹਰ ਜਗ੍ਹਾ ਦੇ ਉੱਤੇ ਔਰਤ ਹੀ ਗਲਤ ਨਹੀਂ ਹੁੰਦੀ, ਹਰ ਜਗ੍ਹਾ ਔਰਤ ਨਹੀਂ ਗਲਤ ਨਹੀਂ ਹੁੰਦੀ। ਜੇ ਕਹਿੰਦੇ ਨੇ ਤੁਸੀਂ ਤਲਾਕ ਹੋ ਰਹੇ ਨੇ ਵੀ ਹਰ ਦੇ ਵਿੱਚ ਔਰਤ ਦੋਸ਼ੀ ਹੈ, ਇਹ ਮੈਂ ਕਦੇ ਨਹੀਂ ਮੰਨੂਗਾ, ਕਿਉਂਕਿ ਕਿਤੇ ਨਾ ਕਿਤੇ ਮਰਦ ਵੀ ਦੋਸ਼ੀ ਆ। ਕਿਉਂਕਿ ਮਰਦ ਔਰਤ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ।
ਪੰਜੇ ਉਂਗਲਾਂ ਇਕਸਾਰ ਨਹੀਂ ਨਾ ਹੁੰਦੀਆਂ। ਤਾਂ ਮੈਨੂੰ ਲੱਗਦਾ, ਮੈਂ ਜਿੰਨਾ ਨੇੜ ਤੋਂ ਦੇਖਦਾ ਹੁੰਦਾ, ਵੀ ਕਈ ਲੋਕ ਇਹੋ ਜਿਹੇ ਹੁੰਦੇ ਨੇ ਕਿ ਇੱਕ ਔਰਤ ਚੰਗੀ ਜੌਬ ਤੇ ਆ, ਉਹ ਕਮਾ ਰਹੀ ਆ ਹਨਾ, ਉਹ ਆਪਣੇ ਆਪ ਨੂੰ ਸਾਰਾ ਆਪਣੇ ਆਪ ਨੂੰ ਕੁਰਬਾਨ ਕਰਕੇ ਉਹਦਾ ਘਰ ਚਲਾ ਰਹੀ ਆ, ਪਰ ਉਸ ਮਰਦ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ, ਉਹ ਘਰੇ ਬੈਠਾ ਢੋਲੇ ਦੀਆਂ ਲਾ ਰਿਹਾ ਹੁੰਦਾ। ਤੇ ਇਦਾਂ ਦੇ ਵੀ ਬਹੁਤ ਸਾਰੇ ਕੇਸ ਨੇ ਨਾ, ਤੇ ਕਿ ਮੈਂ ਇਹਨਾਂ ਵਿੱਚ ਦੀ ਵਿਚਰਿਆ, ਤਾਂ ਮੈਨੂੰ ਲੱਗਦਾ ਵੀ ਹਰ ਜਗ੍ਹਾ ਔਰਤ ਨੂੰ ਸਾਨੂੰ ਗਲਤ ਨਹੀਂ ਕਹਿਣਾ ਚਾਹੀਦਾ। ਤੇ ਮੈਂ ਤਾਂ ਹਮੇਸ਼ਾ ਹੀ ਔਰਤ ਦਾ ਸਤਿਕਾਰ ਕਰਿਆ। ਮੈਂ ਇੱਕ ਮਰਦ ਹੋ ਕੇ ਔਰਤ ਦੇ ਹੱਕ ਦੀ ਗੱਲ ਕਰਦਾ ਹੁੰਦਾ, ਕਿਉਂਕਿ ਸਾਰੀਆਂ ਔਰਤਾਂ ਇਕਸਾਰ ਨਹੀਂ ਹੁੰਦੀਆਂ। ਤਾਂ ਬਹੁਤ ਚੰਗੀਆਂ ਔਰਤਾਂ ਵੀ ਬੈਠੀਆਂ ਨੇ ਜਿਹੜੀਆਂ ਦੇ ਅੰਦਰ ਚੰਗੇ ਸਲੀਕੇ ਨੇ, ਜਿਵੇਂ ਆਪਣੀਆਂ ਕੁੜੀਆਂ ਤੁਹਾਡੇ ਸਾਹਮਣੇ ਬੇਟੀਆਂ ਨੇ ਗੱਲ ਕਰੀ ਹੈ। ਤਾਂ ਇਹਨਾਂ ਨੂੰ ਸਮਝਣ ਦੀ ਲੋੜ ਆ। ਸਭ ਤੋਂ ਵੱਡੀ ਗੱਲ ਤਾਂ ਮੈਂ ਇਹੀ ਕਹੂੰਗਾ, ਜਿੰਨੇ ਵੀ ਸਾਨੂੰ ਦੇਖ ਰਹੇ ਨੇ, ਵੀ ਹਰ ਇੱਕ ਦੀਆਂ ਪਹਿਲਾਂ ਭਾਵਨਾਵਾਂ ਨੂੰ ਸਮਝੋ, ਉਹ ਕਹਿਣਾ ਕੀ ਚਾਹੁੰਦਾ। ਅਸੀਂ ਕਿਸੇ ਦੇ ਮੰਗਰ ਲਾ ਕੇ ਕੁਝ ਦੇਖ ਕੇ ਆਪਾਂ ਨੂੰ ਨਿਕਾਰੋ ਨਾ। ਜੇ ਉਹਨੇ ਇੱਕ ਗਲਤੀ ਕਰ ਲਈ ਤਾਂ ਉਹਦੀ ਇੱਕ ਗਲਤੀ ਪਿੱਛੇ ਅਸੀਂ 99% ਉਹਦੀਆਂ ਚੰਗਿਆਈਆਂ ਨੂੰ ਮਿੱਟੀ 'ਚ ਰੋਲ ਦਿੰਨੇ ਆ ਅਸੀਂ। ਇਹ ਕਦੇ ਨਹੀਂ ਹੋ ਸਕਦਾ, ਕਿਉਂਕਿ ਮੈਨੂੰ ਪਤਾ ਹੈਗਾ ਮੇਰੇ ਕੋਲ 50-60 ਹਜ਼ਾਰ ਬੱਚਾ ਟ੍ਰੇਨ ਕੀਤਾ ਗਾ ਮੈਂ। ਮੇਰੇ ਕੋਲ 10ਵੀਂ ਕਲਾਸ ਤੋਂ ਲੈ ਕੇ ਮੈਨੂੰ ਲੱਗਦਾ PhD ਤੱਕ ਦੀਆਂ ਬੱਚੀਆਂ ਵਿੱਚ ਸਿੱਖਿਆ ਲੈ ਕੇ ਜਾਂਦੇ ਨੇ। ਮੈਨੂੰ ਸਭ ਦਾ ਪਤਾ ਹੁੰਦਾ ਕਿ ਚ ਮੈਚੋਰਿਟੀ ਹੈ, ਕਿ ਚ ਨਹੀਂ ਹੈ, ਹਨਾ। ਮੈਂ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਦਾਗਾ। ਮੈਨੂੰ ਵੀ ਜ਼ਿੰਦਗੀ ਜਿਉਣ ਦਾ ਸਲੀਕਾ ਇਹਨਾਂ ਤੋਂ ਆਉਂਦਾਗਾ। ਕਈ ਵਾਰ ਨਿਮਰਤਾ ਦੇ ਪੁੰਜ ਹੁੰਦੇ ਨੇ ਬੱਚੇ ਇਹੋ ਜਿਹੇ। ਕਈ ਵਾਰ ਮੈਂ ਹੈਪਰ ਹੋ ਜਾਣਾ ਹੁੰਦਾ, ਇਹਨਾਂ ਤੋਂ ਸ਼ਾਂਤ ਰਹਿਣ ਦਾ ਸੁਭਾਅ ਵੀ ਮੈਨੂੰ ਪਤਾ ਲੱਗਦਾਗਾ। ਇਹਨਾਂ ਦਾ ਆਪਸ ਵਿੱਚ ਜਦੋਂ ਇੱਥੇ ਅੱਜ ਜਿਵੇਂ ਸਵੇਰ ਦੀਆਂ ਆਈਆਂ ਹੋਈਆਂ ਨੇਗੀਆਂ, ਇਹ ਟੋਲੀਆਂ ਬਣਾ ਕੇ ਕਦੇ ਬਰੋਟੇ ਥੱਲੇ ਗਿੱਧਾ ਪਾ ਰਹੀਆਂ ਨੇ, ਕਦੇ ਕੋਠੇ ਉੱਤੇ ਚੜ੍ਹ ਕੇ ਨੱਚ ਰਹੀਆਂ ਨੇਗੀਆਂ, ਕਦੇ ਕਮਰੇ ਦੇ ਅੰਦਰ ਇੱਕ ਦੂਜੇ ਨਾਲ ਚੌੜ ਕਰ ਰਹੀਆਂ ਨੇਗੀਆਂ। ਕਿਤੇ ਇੱਕ ਸਾਹਿਬ ਪਰੌਂਠੇ ਲਾ ਰਹੀ ਸੀਗੀ, ਇਹਨੇ ਇੱਕ ਪਰੌਂਠਾ ਬਣਾਇਆ, ਇਹਨਾਂ 10 ਜਣਿਆਂ ਨੇ ਖਿੱਚ ਲਿਆ ਉਹਦਾ ਥੋੜਾ ਥੋੜਾ ਕਰਕੇ। ਇਹ ਗੱਲਾਂ ਕਿੰਨੀਆਂ ਚੰਗੀਆਂ ਨੇ। ਉਹ ਪਰੌਂਠੇ ਨੂੰ ਖਿੱਚਣਾ, ਖਾਣਾ, ਤੇ ਇਹਨਾਂ ਦੇ ਵਿੱਚ ਇੱਕ ਪਿਆਰ ਦੀ ਭਾਵਨਾ ਨਾ, ਇੱਕ ਇਹਨਾਂ ਦੇ ਵਿੱਚ ਅੰਦਰਲਾ ਪਿਆਰ ਕਿੰਨਾ ਗਾ। ਤਾਂ ਉਹ ਇੱਕ ਖੜੀ ਹੈ ਕੁੜੀ, ਉਹ ਕੋਈ ਥੱਕ ਨਹੀਂ ਰਹੀ, ਉਹ ਫਟਾਫਟ ਪਰੌਂਠੀਆਂ ਬਣਾ ਰਹੀ ਹੈ, ਤੇ ਬਾਕੀ ਸਾਰੀਆਂ ਲਗਾਤਾਰ ਖਾ ਰਹੀਆਂ ਨੇ। ਤੇ ਇਹ ਸਾਰੀਆਂ ਚੀਜ਼ਾਂ ਮੈਂ ਇਹਨਾਂ ਨੂੰ ਬਹੁਤ ਨੇੜੇ ਤੋਂ ਹੰਡਾਉਣਾ ਹਨਾ। ਤਾਂ ਮੈਂ ਇਹੀ ਕਹਿਣਾ, ਮੈਂ ਸਾਰੀਆਂ ਕੁੜੀਆਂ ਨੂੰ ਇਹੀ ਸੁਨੇਹਾ ਦਿੰਦਾ, ਬੱਚਿਓ ਤੁਸੀਂ ਉੱਠੋ ਹਨਾ, ਕੁਝ ਕਰਨਾ ਸਿੱਖੋ, ਇਕੱਲੇ ਚੱਲਣਾ ਸਿੱਖੋ, ਕਿਸੇ ਦਾ ਆਸਰਾ ਨਾ ਤੱਕੋ, ਆਪਣੇ ਦਮ ਦੇ ਉੱਤੇ ਕੁਝ ਕਰੋ ਹਨਾ। ਤੁਸੀਂ ਪੜ੍ਹੋ ਲਿਖੋ, ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦਿਓ। ਜੋ ਤੁਹਾਡੇ ਵਿੱਚ ਟੈਲੈਂਟ ਵਾਹਿਗੁਰੂ ਨੇ ਦਿੱਤਾ, ਉਸ ਟੈਲੈਂਟ ਨੂੰ ਅੱਗੇ ਲੈ ਕੇ ਜਾਓ। ਆਪਣੀ ਭੀੜ ਚੋਂ ਨਿਕਲ ਕੇ ਇੱਕ ਵੱਖਰੀ ਪਹਿਚਾਣ ਬਣਾਓ, ਜਿਵੇਂ ਕਿ ਸਾਡੀਆਂ ਬੱਚੀਆਂ ਨੇ ਬਣਾਈ ਹੈ। ਮੈਂ ਤਾਂ ਇਹੀ ਕਹੂੰਗਾ ਜੀ। ਜੀ ਬਿਲਕੁਲ, ਬਹੁਤ ਸੋਹਣੇ ਵਿਚਾਰ ਤੁਸੀਂ ਸਾਂਝੇ ਕੀਤੇ ਆ। ਸਾਰਿਆਂ ਦੇ ਹੱਕ ਦੀ ਗੱਲ ਹੋਈ ਹੈ। ਮੈਂ ਨਿੱਜੀ ਤੌਰ ਤੇ ਮੰਨਦੀ ਹਾਂ ਕਿ ਗਲਤੀ ਕਿਸੇ ਦੀ ਵੀ ਹੋਵੇ, ਦੋ ਹਮਸਫਰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਰਿਸਪੈਕਟ ਦਾ ਹੋਣਾ ਬਹੁਤ ਜ਼ਰੂਰੀ ਹੈ। ਗਲਤ ਦੋਵੇਂ ਹੋ ਸਕਦੇ ਆ, ਸਹੀ ਦੋਵੇਂ ਹੋ ਸਕਦੇ ਆ, ਪਰ ਕੌਣ ਕਿਹਨੂੰ ਕਿਸ ਹੱਦ ਤੱਕ ਜਾ ਕੇ ਰਿਸਪੈਕਟ ਦਿੰਦਾ ਹੈ, ਇਹ ਬਹੁਤ ਜ਼ਰੂਰੀ ਹੈ। ਤੁਹਾਡੀ ਸਮਝ ਕਿੱਥੇ ਹੈ, ਉਹ ਬਹੁਤ ਜ਼ਰੂਰੀ ਹੈ। ਸੋ ਉਮੀਦ ਇਹੀ ਕਰਾਂਗੇ ਕਿ ਇਹਨਾਂ ਸੋਹਣੇ ਵਿਚਾਰਾਂ ਦੇ ਨਾਲ ਸਾਰਿਆਂ ਦੇ ਘਰ ਹੱਸਦੇ ਵਸਦੇ ਰਹਿਣ, ਤੁਸੀਂ ਸਾਰੇ ਹਮੇਸ਼ਾ ਖੁਸ਼ੀਆਂ ਮਾਣੋ, ਤੇ ਤੁਸੀਂ ਵੀ ਇਹੀ ਸੋਚ ਦੇ ਨਾਲ ਅੱਗੇ ਵਧੋ ਕਿ ਆਪਣੇ ਸੱਭਿਆਚਾਰ ਤੇ ਪਰਿਵਾਰ ਨੂੰ ਹਮੇਸ਼ਾ ਆਪਣੇ ਆਪ ਦੇ ਨਾਲ ਜੋੜ ਕੇ ਰੱਖਣਾ ਹੈ। ਭੈਣ ਕੁਝ ਕਹਿ ਰਹੇ ਸੀ? ਹਾਂਜੀ, ਮੈਂ ਕਹਿੰਦੀ ਸੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਆ ਜਾਂਦੇ ਨੇ ਹਨਾ। ਦੁੱਖ ਤੇ ਸੁੱਖ ਜ਼ਿੰਦਗੀ ਦੇ ਆਪਣੇ ਪਹਿਲੂ ਨੇ, ਤੇ ਦੁੱਖਾਂ ਦੇ ਵਿੱਚ ਬਾਹਲਾ ਦੁਖੀ ਨਹੀਂ ਹੋ ਜਾਈਦਾ, ਤੇ ਖੁਸ਼ੀਆਂ ਦੇ ਵਿੱਚ ਬਾਹਲਾ ਖੁਸ਼ ਨਹੀਂ ਹੋ ਜਾਈਦਾ। ਵੀ ਆਪਾਂ ਆਪਦੀ ਜ਼ਿੰਦਗੀ ਨੂੰ ਕਿਸੇ ਕੁਰਾਹੀ ਪਾ ਲਈਏ ਹਨਾ। ਤੇ ਵੀ ਜਿਵੇਂ ਹੁਣ ਆਪਾਂ ਇਹਨਾਂ ਨੇ ਅਮਨ ਨੇ ਕਿਹਾ ਵੀ ਚਾਦਰ ਦੇਖ ਕੇ ਪੈਰ ਪਸਾਰੋ, ਤੇ ਬਹੁਤ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਜਦੋਂ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਹਾਰੇ ਹੋਏ ਤੇ ਟੁੱਟੇ ਹੋਏ ਮਹਿਸੂਸ ਕਰਦੇ ਹਾਂ ਹਨਾ। ਤੇ ਪਰਮਾਤਮਾ, ਮੈਂ ਆਪਦੀ ਮਤਲਬ ਕਿ ਵੀ ਦੇਖਿਆਗਾ ਆਪਦੀ ਜ਼ਿੰਦਗੀ ਦੇ ਵਿੱਚ ਵੀ ਜਦੋਂ ਆਪਾਂ ਜ਼ਿੰਦਗੀ ਜਿਉਂਦੇ ਆ ਹਨਾ, ਤੇ ਉਦੋਂ ਪਰਮਾਤਮਾ ਵੱਲੋਂ ਮਿਹਰ ਹੁੰਦੀ ਹੈ ਵੀ ਜੇ ਆਪਣੇ ਸਾਰੇ ਰਸਤੇ ਬੰਦ ਹੋ ਗਏ ਤਾਂ ਇੱਕ ਨਾ ਇੱਕ ਰਸਤਾ ਜ਼ਰੂਰ ਖੁੱਲ੍ਹਾ ਹੁੰਦਾ। ਤੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਆਪਦੇ ਸੰਘਰਸ਼ ਤੋਂ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਰਹਿੰਦੇ ਹਾਂ ਕਿਸੇ ਚੀਜ਼ ਦੇ ਪਹੁੰਚਣ ਵਾਸਤੇ, ਉਸ ਮੁਕਾਮ ਨੂੰ ਹਾਸਿਲ ਕਰਨ ਵਾਸਤੇ ਆਪਾਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ, ਤਾਂ ਉਹ ਕੋਸ਼ਿਸ਼ਾਂ ਜ਼ਰੂਰ ਕਾਮਯਾਬ ਹੁੰਦੀਆਂ ਨੇ, ਤੇ ਆਪਾਂ ਇੱਕ ਕਾਮਯਾਬ ਇਨਸਾਨ ਬਣ ਕੇ ਆਉਂਦੇ। ਉਹਦੀ ਸਭ ਤੋਂ ਵੱਡੀ ਉਦਾਹਰਨ ਨਪਾਲ ਸਿੰਘ ਸਮਾਉ ਜੀ ਨੇ, ਤੇ ਇਹਨਾਂ ਦੀ ਜ਼ਿੰਦਗੀ ਤੋਂ ਸਾਰਿਆਂ ਨੂੰ ਸਿੱਖਣਾ ਚਾਹੀਦਾ, ਇੱਕ ਸੇਧ ਲੈਣੀ ਚਾਹੀਦੀ ਹੈ ਵੀ ਕਿਵੇਂ ਆਪਾਂ ਜ਼ੀਰੋ ਤੋਂ ਹੀਰੋ ਕਿਵੇਂ ਬਣ ਸਕਦੇ ਹਾਂ। ਤੇ ਕਿਉਂਕਿ ਸਾਰੇ ਇਨਸਾਨ ਮਤਲਬ ਕਿ ਅਮੀਰ ਜੰਮਦੇ ਨਹੀਂ ਹੈਗੇ ਹਨਾ, ਤੇ ਪਰ ਅਮੀਰ ਗਰੀਬ ਹੋ ਕੇ ਮਰ ਜਾਣਾ ਇਹ ਵੀ ਫਿਰ ਬੜੀ ਵੱਡੀ ਸਿਆਣਪ ਨਹੀਂ ਹੈਗੀ। ਜੀ, ਤੁਹਾਡੀ ਗੱਲਾਂ ਨੂੰ ਮੈਂ ਕਹਾਂਗੀ, ਮੈਂ ਅਕਸਰ ਇੱਕ ਸਟicker ਬਹੁਤ ਥਾਵਾਂ ਤੇ ਖਾਸ ਕਰ ਬੱਸਾਂ ਤੇ ਲੱਗਿਆ ਹੋਇਆ ਦੇਖਦੀ ਹਾਂ ਕਿ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਤੇ ਹਰ ਵੇਲੇ ਸੁਮਰਨ। ਤੁਹਾਨੂੰ ਅੱਛਾ ਬੁਰਾ ਵਕਤ ਦੇਖਣਾ ਹੀ ਪਏਗਾ, ਜ਼ਿੰਦਗੀ ਹੀ ਇਸ ਦਾ ਨਾਮ ਹੈ, ਲੇਕਿਨ ਪਰਮਾਤਮਾ ਦਾ ਸਿਮਰਨ ਹਮੇਸ਼ਾ ਕਰਦੇ ਰਹੋ, ਉਹਦਾ ਸ਼ੁਕਰਾਨਾ ਹਮੇਸ਼ਾ ਕਰੋ। ਜ਼ਿੰਦਗੀ 'ਚ ਜੋ ਹੁੰਦਾ ਹੈ ਉਹ ਉਹਨੇ ਲਿਖਿਆ, ਉਹਦੇ ਤੇ ਯਕੀਨ ਰੱਖੋ, ਆਪਣੇ ਆਪ ਤੇ ਯਕੀਨ ਰੱਖੋ, ਤੇ ਇਹਨਾਂ ਵਾਲੀ ਗੱਲ ਸਲੀਕੇ ਨਾਲ ਜ਼ਿੰਦਗੀ ਦੇ ਵਿੱਚ ਰੱਬ ਨੂੰ ਯਾਦ ਕਰਕੇ ਅੱਗੇ ਤੁਰਦੇ ਰਹੋ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇੱਥੇ ਮੁਕਾਉਂਦੇ ਹੋਏ ਲੋਹੜੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਲੇਕਿਨ ਜਾਂਦੇ ਜਾਂਦੇ ਇੱਕ ਮੈਂ ਬੋਲੀ ਜ਼ਰੂਰ ਕਹਾਂਗਾ, ਬੱਗੀ ਬੱਗੀ ਗਾਥਣਾ ਤੇ ਲਾਲੀ, ਬੱਗੀ ਬੱਗੀ ਗਾਥਣਾ ਤੇ ਲਾਲੀ, ਓ ਬੱਗੀ ਬੱਗੀ ਗਾਥਣਾ ਤੇ ਲਾਲੀ, ਬੱਗੀ ਬੱਗੀ ਗਾਥਣਾ ਤੇ ਲਾਲੀ, ਮਾਪੇ ਨੀਤੀਆਂ ਦੇ ਵਾਲੀ, ਮਾਪੇ
ਸੁੱਟੇ ਆਈ ਵਾਲੀਆਂ ਵਗਦੀ ਹੈ ਰਾਵੀ ਵਿੱਚ ਸੁੱਟੇ ਆਈ ਵਾਲੀਆਂ ਵਗਦੀ ਰਾਵੀ ਦੇ ਵਿੱਚ ਸੁੱਟੇ ਆਈ ਵਾਲੀਆਂ ਵਗਦੀ ਰਾਵੀ ਦੇ ਵਿੱਚ ਸੁੱਟੇ ਆਈ ਵਾਲੀਆਂ ਜਾਂਦੇ ਰਹਿਣ ਮਾਪੇ ਜਿੰਨਾ ਪੁੱਤਾਂ ਵਾਂਗੂ ਪਾਲੀਆਂ ਜਾਂਦੇ ਰਹਿਣ ਜਾਂਦੇ ਰਹਿਣ ਮਾਪੇ ਜਿੰਨਾ ਵਗਦੀ ਨਦੀ ਦੇ ਵਿੱਚ ਦੋ ਫੁੱਲ ਸੂਹੇ ਵਗਦੀ ਨਦੀ ਦੇ ਵਿੱਚ ਦੋ ਫੁੱਲ ਸੂਹੇ ਮੌਜ ਬੜੀ ਨੀ ਇਹਨਾਂ ਮਾਪਿਆਂ ਦੇ ਬੂਹੇ ਮੌਜ ਬੜੀ ਨੀ ਇਹਨਾਂ ਮਾਪਿਆਂ ਦੇ ਬੂਹੇ ਮੌਜ ਬੜੀ ਨੀ ਇਹਨਾਂ ਮਾਪਿਆਂ ਦੇ ਬੂਹੇ ਵੇੜਾ ਵਸੇ ਵੇ ਬਾਬਲਾ ਤੇਰਾ ਰੱਜ ਰੱਜ ਮੌਜਾਂ ਮਾਣੀਆਂ ਵੇੜਾ ਵਸੇ ਵੇ ਬਾਬਲਾ ਤੇਰਾ ਰੱਜ ਰੱਜ ਮੌਜਾਂ ਮਾਣੀਆਂ ਵੇੜਾ ਵਸੇ ਵੇ ਬਾਬਲਾ ਤੇਰਾ ਰੱਜ ਰੱਜ ਮੌਜਾਂ ਮਾਣੀਆਂ ਜੀ ਸੋ ਇਹ ਸਿਲਸਿਲਾ ਕਦੇ ਨਹੀਂ ਮੁੱਕਣਾ। ਹੁਣ ਜਲਦ ਮਿਲਾਂਗੇ ਤੀਆਂ ਦੇ ਮੇਲੇ ਤੇ। ਹਾਂਜੀ ਜੀ ਬਿਲਕੁਲ, ਆ ਵੇੜਾ ਇਸੇ ਤਰ੍ਹਾਂ ਖਿੜਿਆ ਰਹੇ ਤੇ ਇਹਨਾਂ ਧੀਆਂ ਦੇ ਨਾਲ ਹਮੇਸ਼ਾ ਹੱਸਦਾ ਵਸਦਾ ਮੁਸਕਰਾਉਂਦਾ ਰਹੇ ਤੇ ਤੁਹਾਡੇ ਘਰਾਂ ਦੇ ਵਿਹੜੇ ਵੀ। ਜੀ ਬਹੁਤ ਬਹੁਤ ਦੁਆਵਾਂ ਦੇ ਨਾਲ ਅ ਵੈਰੀ ਹੈਪੀ ਲੋਹੜੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਆਪਣਾ ਤੇ ਆਪਣੇ ਦਾ ਰੱਖੋ ਖਿਆਲ। ਸਟੇ ਪੋਜ਼ਿਟਿਵ, ਇੰਜੋਏ ਲੋਹੜੀ ਐਂਡ ਐਵਰੀ ਡੇ। ਸਤਿ ਸ਼੍ਰੀ ਅਕਾਲ।